मैं एशिया खेडिया, वर्ल्ड खेडिया जी। मेरे घर की रजिस्ट्री भी कहने पई है भाई यार, इन्हों देख देख रोना आउंदा। डब्बे च बंद कर। मैं कांगड़ साहब पीएन ही ला दो जी हुण तां। कहते फिर भी स्पोर्ट्स मिनिस्टर नाल गल करांगे पीएन लाउण दी खातर भी। गैंगस्टर प्लेयर आए बनते हैं। मैं उन्होंने दसना चाहना, जीत वाले पुछते सी ना भी क्यों गैंगस्टर बनते हैं, आह हालात है जी गैंगस्टर बनने। मैडल तो सर्टिफिकेट ही मिलते जी, बाकी तो सारा कुछ आपदे कोलों ही करके जाने असीं जिन्ना जाने, सारी अमाउंट आपदे कोलों लाउने जी। किते कहते स्पोर्ट्स मिनिस्टर IPL देखण गए वे जी, किते कहते दुबई च है, किते बंबे है, पर स्पोर्ट्स मिनिस्टर साहब कदे चंडीगढ़ बैठे नहीं मैनूं लगदा। मनप्रीत साहब ने भी मैनूं कहा, उठ के खड़े होके मैनूं मिले जी भी तुहानूं पंजाब पुलिस च नौकरी दे दांगे, उन्होंने भी मैनूं कुछ नहीं दिता जी हजे तक। करोड़ां रुपया के नाम कहा ही जाता खाली न्यूज़ां च, पर मिलिया कदे कुछ भी नहीं, कदे भी कुछ नहीं मिलिया। मैं पैसे नहीं मंगदा जी सरकार कोलों, मैनूं तां नौकरी दे देण। गालां भी लई दियां जी, दिहाड़ी भी करी दी है, चाह भी बनाई दी है, बस जो गेम मैं छड्डी नहीं आती जी। कदे तां आस हैगी भी कदे तां मिलूगा कुछ। मैं पूल महाराज दा जी भी उन्होंने पुरखियां दे पिंड दा है, तां भी धक्के खा रहा। अगे सुपना जी वर्ल्ड चो गोल्ड मैडल जितण दा, जिहड़ा अधूरा रह गया जी हजे, जिहड़ा पार्टिसिपेशन नहीं हुई है ना कल्ली, इहनूं गोल्ड च बदलना जी। मैं 370 किलो भार की बैठक मारदा जी। अच्छा, मेरे पता ही नहीं किन्नियां इंजरियां होईयां, हुण भी मेरी सत्त ही अड्ड हुई पई इंजरी नाल। अच्छा जी। हाँ जी, जिहदे कोले मेरे कोले MRI कराउण नूं पैसे है नहीं। ਤੁਹਾਨੂੰ DSP ਲਾਵਾਂਗੇ ਜੀ। ਅੱਛਾ, ਉਸ ਤੋਂ ਬਾਅਦ ਉਹਨਾਂ ਨੇ ਫਿਰ ਮੈਨੂੰ ਕਿਹਾ, ਬਿਜਲੀ ਬੋਰਡ ਦੇ ਮੰਤਰੀ ਸੀ ਜੀ ਉਹ, ਫਿਰ ਕਹਿੰਦੇ ਬਿਜਲੀ ਬੋਰਡ ਚਲਾ ਦਾਂਗੇ ਜੀ। ਉਸ ਤੋਂ ਬਾਅਦ ਸਾਡੇ ਬੀਬੀਪੁਰ ਦਾ ਮੇਲਾ ਲੱਗਦਾ ਜੀ ਪਿੰਡ ਫੂਲ, ਉੱਥੇ ਲੱਖਾਂ ਬੰਦੇ ਦਾ ਇਕੱਠ ਹੁੰਦਾ ਟੂਰਨਾਮੈਂਟ ਤੇ ਕਬੱਡੀ ਦੀਆਂ, ਤੇ ਉੱਥੇ ਮੇਲੇ 'ਚ ਵੀ ਐਲਾਨ ਕਰਤਾ ਜੀ ਉਹਨਾਂ ਨੇ ਵੀ ਨੌਕਰੀ ਦੇਵਾਂਗੇ, ਪਰ ਹਜੇ ਤੱਕ ਮੈਨੂੰ ਕੋਈ ਨੌਕਰੀ ਨਹੀਂ। ਮੇਲੇ ਦੇ ਵਿੱਚ ਐਲਾਨ ਕਿਹਨਾਂ ਨੇ ਕੀਤਾ? ਮੇਲੇ ਦੇ ਵਿੱਚ ਕਾਂਗੜ ਸਾਹਿਬ ਨੇ ਐਲਾਨ ਕੀਤਾ ਜੀ। ਪਲੇਅਰਾਂ ਨੂੰ ਉਹਨਾਂ ਨੂੰ ਹੀ ਨੌਕਰੀ ਮਿਲਦੀ ਹੈ ਜਿਨ੍ਹਾਂ ਦੀ ਜੇਬ 'ਚ ਪੈਸੇ ਹੈ। ਅੱਛਾ ਜੀ, ਇਹ ਵੀ ਚੀਜ਼ ਹੁੰਦੀ? हाँ जी, बस लीडर भालदी पैसे है जी, तो कोले पैसे है तो जाओ नौकरी ले लो, नहीं गरीब नूं तां तुहानूं पता ही है, आ तुहाडे सामने ही बैठा जी। मैं एक बारी तो पंजाब गौरमेंट नूं दे दांगे जी गोल्ड वर्ल्ड चों, उन्हां नूं तां कदे गिला सिकवा नहीं रहना भी असीं तां दित्ता नहीं प्लेयर नूं कुछ, हुणे सानूं दुबारे भी गोल्ड देता जी। ਸਤਿ ਸ੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ, ਮੈਂ ਹਾਂ ਜਸ ਕਰੇਵਾਲ। ਮੌਜੂਦਾ ਸਮੇਂ ਦੇ ਵਿੱਚ ਰੁਝਾਨ ਚਲਾਇਆ ਗਿਆ ਸਰਕਾਰ ਵੱਲੋਂ ਤਰਸ ਦੇ ਆਧਾਰ 'ਤੇ ਨੌਕਰੀਆਂ ਦੇਣ ਦਾ, ਪਰ ਦਿੱਤੀਆਂ ਕਿਹਨਾਂ ਨੂੰ ਜਾ ਰਹੀਆਂ ਨੇ? ਗਰੀਬ MLA ਦੇ ਜਵਾਕਾਂ ਨੂੰ। ਗਰੀਬ MLA ਕਿਹੜੇ ਨੇ ਜਿਨ੍ਹਾਂ ਦੀ ਜਾਇਦਾਦ ਕਰੋੜਾਂ ਦੇ ਵਿੱਚ ਆ? ਸ਼ਾਇਦ ਸਰਕਾਰਾਂ ਦੇ ਦਿਮਾਗ ਦੇ ਵਿੱਚ ਹੋਊਗਾ ਇਹ ਗਰੀਬ ਨੇ, ਪਰ ਅਸੀਂ ਤੁਹਾਨੂੰ ਇੱਦਾਂ ਦੇ ਖਿਡਾਰੀਆਂ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਨੂੰ ਵਾਕਿਆ ਦੇ ਵਿੱਚ ਤਰਸ ਦੇ ਆਧਾਰ 'ਤੇ ਨੌਕਰੀ ਮਿਲਣੀ ਚਾਹੀਦੀ ਆ। ਅੱਜ ਦੀ ਸਾਡੀ ਜਿਹੜੀ ਮੁਲਾਕਾਤ ਆ, ਸਾਡੀ ਪਹੁੰਚ ਆ ਇੱਕ ਪਾਵਰ ਲਿਫਟਰ ਤੱਕ ਆ। ਪਰ ਤੁਸੀਂ ਸੋਚ ਰਹੇ ਹੋਵੋਗੇ ਜੇ ਪਾਵਰ ਲਿਫਟਰ ਦੇ ਨਾਲ ਮੁਲਾਕਾਤ ਕਰਵਾਉਣੀ ਆ ਤਾਂ ਸਾਨੂੰ ਕਿਸੇ ਗਰਾਊਂਡ ਦੇ ਵਿੱਚ ਹੋਣਾ ਚਾਹੀਦਾ ਸੀ, ਤੇ ਅਸੀਂ ਅੱਜ ਇੱਕ ਖੋਖੇ ਤੇ ਖੜ੍ਹੇ ਆ। ਅਸਲ ਦੇ ਵਿੱਚ ਇਹ ਪਾਵਰ ਲਿਫਟਰ ਮੁੰਡਾ ਜਿਹੜਾ ਆ ਖੋਖੇ ਦੇ ਉੱਪਰ ਚਾਹ ਬਣਾਉਂਦਾ ਆ। ਆਪਣਾ ਖੋਖਾ, ਇਹਨਾਂ ਦਾ ਖੋਖਾ ਵੀ ਇੱਕ ਸੜਕ ਦੇ ਕਿਨਾਰੇ ਤੇ ਆ। ਇਹ ਵੀ ਕੋਈ ਆਪਦੀ ਜ਼ਮੀਨ ਦੇ ਵਿੱਚ ਨਹੀਂ, ਸਰਕਾਰੀ ਜ਼ਮੀਨ ਦੇ ਵਿੱਚ ਬੈਠੇ ਆ। ਇਹ ਮੁੰਡਾ ਏਸ਼ੀਆ ਦਾ 골ਡ ਮੈਡਲਿਸਟ ਆ। ਮੈਂ ਇੱਥੇ ਦੱਸ ਦਿਆਂ ਕਿ ਏਸ਼ੀਆ ਦੇ ਵਿੱਚ ਜਿਵੇਂ ਮਲਾਈ ਜਾਂਦੀ ਆ, ਪਹਿਲਾਂ ਜ਼ਿਲ੍ਹਿਆਂ ਤੋਂ ਨਿਕਲ ਕੇ ਮਲਾਈ ਜਾਂਦੀ ਆ, ਉਸ ਤੋਂ ਬਾਅਦ ਨੈਸ਼ਨਲ ਪੱਧਰ 'ਤੇ ਜਿਹੜੇ ਮੁਕਾਬਲੇ ਹੁੰਦੇ ਆ ਫਿਰ ਮਲਾਈ ਪਹੁੰਚਦੀ ਆ ਕਿ ਏਸ਼ੀਆ ਦੇ ਦੇਸ਼ਾਂ ਦੇ ਵਿੱਚੋਂ ਜਿਹਦੇ 15 ਦੇਸ਼ਾਂ ਦੇ ਖਿਡਾਰੀ ਜਿਹੜੇ ਆ ਪਾਰਟਿਸਿਪੇਟ ਕਰਦੇ ਆ, ਉਹਨਾਂ ਦੇ ਵਿੱਚੋਂ ਇੱਕ ਨੇ ਮੈਡਲ ਲੈਣਾ ਹੁੰਦਾ। ਇਹ ਨੌਜਵਾਨ ਹੁੰਦਾ 골ਡ ਮੈਡਲਿਸਟ ਆ। ਅਤੇ ਕਰ ਕੀ ਰਿਹਾ ਅੱਜ ਤੁਸੀਂ ਆਪਦੇ ਅੱਖਾਂ ਦੇ ਨਾਲ ਹੀ ਦੇਖ ਰਹੇ ਹੋਗੇ। ਮੁੰਡਾ ਜਿਹੜਾ ਆ ਚਾਹ ਬਣਾ ਰਿਹਾ ਆ। ਬਾਈ ਦੇ ਨਾਲ ਜਿਹੜੀ ਆ ਗੱਲਬਾਤ ਕਰਾਂਗੇ ਕਿ ਕੀ ਲੋੜ ਪੈ ਗਈ। ਮੇਰੇ ਪਿੱਛੇ ਤੁਸੀਂ ਜਿਹੜਾ ਆ ਗੱਫਾ ਸਰਟੀਫਿਕੇਟਾਂ ਦਾ ਵੀ ਦੇਖ ਰਹੇ ਹੋ, ਮੈਡਲਾਂ ਦਾ ਵੀ ਜਿਹੜਾ ਤੁਸੀਂ ਗੱਫਾ ਦੇਖ ਰਹੇ ਹੋ। ਇੰਦਰਜੀਤ ਮੇਰੇ ਨਾਲ ਆ, ਇੰਦਰਜੀਤ ਦੇ ਨਾਲ ਗੱਲਬਾਤ ਕਰਾਂਗੇ। ਇੰਦਰਜੀਤ ਬਾਈ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਅੱਛਾ ਬਾਈ, ਏਸ਼ੀਆ ਦਾ 골ਡ ਮੈਡਲਿਸਟ ਹੋਵੇ ਤੇ ਚਾਹ ਬਣਾ ਰਿਹਾ ਹੋਵੇ, ਕੀ ਕਾਰਨ? ਇਹ ਦੇਖ ਸਕਦੇ ਹੋ ਹਾਲਾਤ ਕੀ ਨੇ। ਜਿਨ੍ਹਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਮਿਲਣੀ ਚਾਹੀਦੀ ਆ, ਉਹਨਾਂ ਦੀ ਅੱਖਾਂ ਦੇ ਵਿੱਚ ਅੱਥਰੂ ਆ।
ਹਲੇ ਬਾਈ ਦੇ ਨਾਲ ਗੱਲ ਇੰਨੀ ਕੀ ਸ਼ੁਰੂ ਕੀਤੀ ਸੀ ਕਿ ਬਾਈ ਏਸ਼ੀਆ ਦਾ 골ਡ ਮੈਡਲਿਸਟ ਹੋਣ ਤੋਂ ਬਾਅਦ ਚਾਹ ਕਿਉਂ ਬਣਾਉਣੀ ਪੈ ਰਹੀ ਆ, ਤੇ ਅੱਖਾਂ ਦੇ ਵਿੱਚ ਅਥਰੂ ਤੁਸੀਂ ਖੁਦ ਦੇਖ ਸਕਦੇ ਹੋ। ਬਾਈ ਕੀ ਕਾਰਨ ਰਹੇ, ਹੌਸਲਾ ਕੀ ਕਾਰਨ ਹੈ? ਕਾਰਨ ਤੁਹਾਡੇ ਸਾਹਮਣੇ ਪਏ ਬਾਈ ਜੀ। ਆਪਦਾ ਕਿੰਨਾ ਸਮਾਂ ਤੁਸੀਂ ਜਿਹੜਾ ਖੇਡ ਨੂੰ ਦਿੱਤਾ ਆ, ਕਿੰਨਾ ਸਮਾਂ ਹੋ ਗਿਆ? ਬਾਈ ਤੋਂ ਬੋਲਿਆ ਨਹੀਂ ਜਾ ਰਿਹਾ। 2 ਮਿੰਟ ਰੁਕ ਕੇ ਲੈ ਲਓ। ਸੋ ਤੁਸੀਂ ਦੇਖੋ ਕਿ ਮੈਂ ਆਫ ਰਿਕਾਰਡ ਬਾਈ ਦੇ ਨਾਲ ਜਿਹੜੀ ਆ ਗੱਲਬਾਤ ਕਰ ਰਿਹਾ ਸੀ। 2012 ਤੋਂ ਬਾਈ ਨੇ ਜਿਹੜੀ ਆ ਖੇਡ ਸ਼ੁਰੂ ਕੀਤੀ ਆ, ਤੇ ਬਾਈ ਆਪਾਂ ਬੈਠ ਕੇ ਗੱਲ ਕਰਦੇ ਆ। ਇੱਥੇ ਤੁਸੀਂ ਮੈਡਲ ਦੇਖ ਸਕਦੇ ਹੋ, ਇੱਥੇ ਤੁਸੀਂ ਸਰਟੀਫਿਕੇਟ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਹੋ। ਏਸ਼ੀਆ ਦੇ ਵਿੱਚ ਮੁੰਡਾ 골ਡ ਮੈਡਲਿਸਟ ਹੋਵੇ ਤੇ ਉਸ ਤੋਂ ਬਾਅਦ ਕਰ ਕੀ ਰਿਹਾ ਹੋਵੇ, ਚਾਹ ਬਣਾ ਰਿਹਾ ਹੋਵੇ। ਇਹ ਗੱਲ ਕਿੱਥੇ ਕਸੂਬਦੀ ਹੈ। ਹਲੇ ਇੱਕ ਖਿਡਾਰੀ, ਅਸੀਂ ਬੜੇ ਖਿਡਾਰੀ ਮਿਲਾਵਾਂਗੇ। ਪਹਿਲਾਂ ਬਾਈ ਦੇ ਨਾਲ ਗੱਲਬਾਤ ਕਰਦੇ ਹਾਂ। ਇੰਨਾ ਕੁ ਭਾਵੁਕ ਹੋ ਗਿਆ ਬਾਈ ਕਿ ਬਾਈ ਤੋਂ ਬੋਲਿਆ ਤੱਕ ਨਹੀਂ ਜਾ ਰਿਹਾ, ਕਿਉਂਕਿ ਯਾਰ ਜਦੋਂ ਅਸੀਂ ਆਪਣਾ ਆਪ ਝੋਕ ਦਿੱਤਾ ਹੋਵੇ ਨਾ, ਕਿਤੇ ਆਪਣਾ ਆਪ ਝੋਕਿਆ ਹੋਵੇ, ਉਸ ਤੋਂ ਬਾਅਦ ਸਾਨੂੰ ਕੁਝ ਮਿਲ ਨਾ ਰਿਹਾ ਹੋਵੇ ਉੱਥੋਂ। ਬੰਦਾ ਭਾਰਤ ਦਾ ਨਾਮ ਰੋਸ਼ਨ ਕਰਦਾ ਹੈ, ਪੰਜਾਬ ਦਾ ਨਾਮ ਰੋਸ਼ਨ ਕਰਦਾ, ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਦਾ ਆ। ਸ਼ਹਿਰ ਤੱਕ ਵੀ ਬਾਈ ਨੇ ਪਹੁੰਚ ਕੀਤੀ, ਕੁਝ ਨਹੀਂ ਮਿਲਿਆ। ਪੰਜਾਬ ਦੇ ਵੱਡੇ ਅਫਸਰਾਂ ਤੱਕ, ਵੱਡੇ ਲੀਡਰਾਂ ਤੱਕ ਬਾਈ ਨੇ ਪਹੁੰਚ ਕੀਤੀ, ਉੱਥੋਂ ਵੀ ਕੁਝ ਨਹੀਂ ਮਿਲਿਆ। ਕੋਸ਼ਿਸ਼ ਕਰਾਂਗੇ ਸਾਰੀ ਗੱਲਬਾਤ ਜਿਹੜੀ ਆ ਬਾਈ ਦੀ ਜ਼ੁਬਾਨੀ ਜਾਣਨ ਦੀ। ਬਾਈ ਮਾੜਾ ਜਿਹਾ ਖੁੱਲ੍ਹ ਕੇ ਜਿਹੜੀ ਆ ਗੱਲਬਾਤ ਦੱਸਿਓ। ਤੁਸੀਂ ਭਾਵੁਕ ਹੋ, ਮੈਂ ਸਮਝ ਸਕਦਾ ਤੁਹਾਡੇ ਹਾਲਾਤ ਕੀ ਨੇ, ਪਰ ਜੇ ਆਪਾਂ ਗੱਲ ਲੋਕਾਂ ਦੇ ਸਾਹਮਣੇ ਰੱਖਾਂਗੇ ਤਾਂ ਹੀ ਲੋਕਾਂ ਨੂੰ ਸਮਝ ਆਊਗੀ। ਕਦੋਂ ਤੋਂ ਸ਼ੁਰੂ ਕੀਤੀ ਗੇਮ? ਬਾਈ ਜੀ ਮੈਂ 2011 ਤੋਂ ਗੇਮ ਸਟਾਰਟ ਕੀਤੀ। ਲਗਭਗ 12 ਤੋਂ ਹੀ ਮੈਂ ਮੈਡਲ ਜਿੱਤਣ ਲੱਗਾ। 12 ਦੇ ਵਿੱਚ ਹੀ ਮੈਂ ਗੋਲਡ ਮੈਡਲ ਜਿੱਤ ਲਿਆ ਪਹਿਲਾਂ ਹੀ ਪੰਜਾਬ 'ਚੋਂ। ਉਸ ਤੋਂ ਬਾਅਦ ਲਗਭਗ ਸਾਰੇ 21 ਤੱਕ ਮੈਡਲ ਜਿੱਤਦਾ ਹੀ ਤੁਰਿਆ ਆ ਰਿਹਾ ਜੀ। ਏਸ਼ੀਆ 'ਚੋਂ ਵੀ ਗੋਲਡ ਜਿੱਤਿਆ ਜੀ ਮੈਂ, ਤੇ ਸਕੈਟ 'ਚੋਂ ਵੀ ਗੋਲਡ ਜਿੱਤਿਆ, ਬੈਂਚ 'ਚੋਂ ਵੀ ਗੋਲਡ ਜਿੱਤਿਆ, ਡੈਡ 'ਚੋਂ ਵੀ ਗੋਲਡ ਜਿੱਤਿਆ, ਓਵਰਆਲ ਵੀ ਗੋਲਡ ਜਿੱਤਿਆ। ਮੈਂ 17 ਦਾ ਜਿਹੜਾ ਚੈਂਪੀਅਨ ਸੀ ਏਸ਼ੀਆ ਦਾ ਜੀ, ਚੀਨ ਦਾ ਪਲੇਅਰ ਸੀ ਉਹਨੂੰ ਕੱਟ ਕੇ ਫਿਰ ਚੈਂਪੀਅਨ ਬਣਿਆ ਬਾਈ ਜੀ ਮੈਂ। ਤੇ ਜਦੋਂ ਤੁਸੀਂ 18 ਦੇ ਵਿੱਚ ਏਸ਼ੀਆ ਦੇ ਚੈਂਪੀਅਨ ਬਣੇ ਹੋ, ਤਾਂ ਉਸ ਤੋਂ ਬਾਅਦ ਜਦੋਂ ਏਸ਼ੀਆ ਦਾ ਚੈਂਪੀਅਨ ਬੰਦਾ ਬਣਦਾ ਤਾਂ ਭਾਰਤ ਵੱਲੋਂ, ਪੰਜਾਬ ਵੱਲੋਂ ਜਾਂ ਤੁਹਾਡੇ ਆਪਦੇ ਇਲਾਕੇ ਵੱਲੋਂ ਕੁਝ ਤੁਹਾਨੂੰ ਸਰਕਾਰਾਂ ਵੱਲੋਂ ਮਿਲਿਆ ਹੋਵੇ। ਇੱਕ ਸਵਾਗਤ ਤਾਂ ਤੁਹਾਡਾ ਕਰਤਾ ਹੋਣਾ, ਬੜੇ ਵੱਡੇ ਲੀਡਰ ਆਏ ਹੋਣਗੇ, ਪਿੰਡਾਂ ਦੇ ਵੀ ਤੁਹਾਡੇ ਹਲਕੇ ਦੇ ਵੀ ਆਏ ਹੋਣਗੇ, ਵੱਡੇ ਲੀਡਰਾਂ ਨੇ ਸਵਾਗਤ ਕੀਤਾ ਹੋਣਾ। ਸਵਾਗਤ ਤੋਂ ਬਿਨਾਂ ਕੁਝ ਮਿਲਿਆ? ਕੁਛ ਨਹੀਂ ਜੀ ਮਿਲਿਆ ਹਜੇ ਤੱਕ। ਇਕੱਲੇ ਨਿਊਜ਼ ਪੇਪਰ 'ਚ ਖਬਰਾਂ ਹੀ ਮਿਲੀਆਂ ਜੀ ਬਸ ਆਪਦੀਆਂ, ਉਹ ਮੇਰੇ ਕੋਲੇ ਪਈਆਂ ਹੀ ਹੋਣਗੀਆਂ, ਲਗਭਗ ਲੱਗੀਆਂ ਵੀ ਪਈਆਂ ਜੀ ਸਾਡੇ ਸਾਰੇ ਕਿਤੇ, ਬਸ ਹੋਰ ਕੁਛ ਨਹੀਂ ਦਿੱਤਾ ਜੀ। ਮੰਤਰੀਆਂ ਕੋਲੇ ਗੇੜੇ ਮਾਰਦਾ ਫਿਰਦਾ ਜੀ ਮੈਂ ਉਹਦੇ ਦਾ, ਕੁਛ ਨਹੀਂ ਮਿਲਿਆ। ਸੀਐਮ ਸਾਹਿਬ ਕਰਜਾ ਆਇਆ ਜੀ, ਸੀਐਮ ਸਾਹਿਬ ਤਾਂ ਮਿਲਦੇ ਹੀ ਨਹੀਂ। ਐਪਲੀਕੇਸ਼ਨ ਗਈ ਉੱਥੇ, ਕੁਛ ਨਹੀਂ ਮਿਲਿਆ ਜੀ। ਕਾਂਗੜ ਸਾਹਿਬ ਕੋਲੇ ਗਿਆ, ਐਪਲੀਕੇਸ਼ਨਾਂ 'ਤੇ ਮਾਰਕਾਂ ਕਰਾਈਆਂ, ਘੱਟੋ ਘੱਟ 100 ਵਾਰੀ ਕਾਂਗੜ ਸਾਹਿਬ ਕੋਲੇ ਵਗ ਗਿਆ ਜੀ ਮੈਂ ਲਗਾਤਾਰ, ਕੁਛ ਨਹੀਂ ਮਿਲਿਆ। ਸਾਡੇ ਹਲਕੇ ਦਾ ਮੰਤਰੀ ਹੈ ਜੀ। ਮਨਪ੍ਰੀਤ ਕੋਲੇ, ਬਾਦਲ ਸਾਹਿਬ ਕੋਲੇ ਵੀ ਮੈਂ ਗਿਆ 3-4 ਵਾਰੀ, ਉਹਨਾਂ ਕੋਲੇ ਜਾਇਆ, ਕੁਛ ਨਹੀਂ ਮਿਲਿਆ ਜੀ। ਖਾਲੀ ਹੱਥ ਹੀ ਮੁੜਿਆ ਜਿੱਥੋਂ ਮੁੜਿਆ ਜੀ। ਅੱਛਾ, ਜਦੋਂ ਲੀਡਰਾਂ ਕੋਲੇ ਜਾਂਦੇ ਹੋ, ਲੀਡਰ ਕੀ ਦਿੰਦੇ ਆ? ਕੋਈ ਮਿੱਠੀ ਗੋਲੀ ਪਾਉਂਦੇ ਆ ਜਾਂ ਕੀ ਕਹਿੰਦੇ ਆ, ਜਾਂ ਦੇਖ ਲਾਂ ਕੋਈ ਨਹੀਂ ਜਵਾਨਾ ਦੇਖਾਂਗੇ ਤੇਰੀ ਨੌਕਰੀ ਕਿਤੇ ਲਵਾਵੇਂ, ਕੀ ਕਹਿੰਦੇ ਕੀ ਆ? ਜਦੋਂ ਮੈਂ ਜਿੱਤ ਕੇ ਆਇਆ, ਜਦੋਂ ਮੈਂ ਕਾਂਗੜ ਸਾਹਿਬ ਕੋਲ ਗਿਆ ਸੀ, ਉਹ ਕਹਿੰਦੇ 18 ਦੀ ਗੱਲ ਆ? ਹਾਂਜੀ 18 'ਚ ਉਹ ਕਹਿੰਦੇ ਤੁਹਾਨੂੰ ਡੀਐਸਪੀ ਲਾਵਾਂਗੇ ਜੀ। ਅੱਛਾ। ਉਸ ਤੋਂ ਬਾਅਦ ਉਹਨਾਂ ਨੇ ਫਿਰ ਮੈਨੂੰ ਕਿਹਾ, ਬਿਜਲੀ ਬੋਰਡ ਦੇ ਮੰਤਰੀ ਸੀ ਜੀ ਉਹ, ਫਿਰ ਕਹਿੰਦੇ ਬਿਜਲੀ ਬੋਰਡ ਚਲਾ ਦਾਂਗੇ ਜੀ। ਉਸ ਤੋਂ ਬਾਅਦ ਸਾਡੇ ਬੀਬੀਪੁਰ ਦਾ ਮੇਲਾ ਲੱਗਦਾ ਜੀ ਪਿੰਡ ਫੂਲ, ਉੱਥੇ ਲੱਖਾਂ ਬੰਦੇ ਦਾ ਇਕੱਠ ਹੁੰਦਾ ਟੂਰਨਾਮੈਂਟ ਤੇ ਕਬੱਡੀ ਦੀਆਂ, ਤੇ ਉੱਥੇ ਮੇਲੇ 'ਚ ਵੀ ਐਲਾਨ ਕਰਤਾ ਜੀ ਉਹਨਾਂ ਨੇ ਵੀ ਨੌਕਰੀ ਦੇਵਾਂਗੇ, ਪਰ ਹਜੇ ਤੱਕ ਮੈਨੂੰ ਕੋਈ ਨੌਕਰੀ ਨਹੀਂ। ਮੇਲੇ ਦੇ ਵਿੱਚ ਐਲਾਨ ਕਿਹਨਾਂ ਨੇ ਕੀਤਾ? ਮੇਲੇ ਦੇ ਵਿੱਚ ਕਾਂਗੜ ਸਾਹਿਬ ਨੇ ਐਲਾਨ ਕੀਤਾ ਜੀ ਵੀ ਨੌਕਰੀ ਮਿਲੂਗੀ। ਨੌਕਰੀ ਮਿਲੂਗੀ, ਹਜੇ ਤੱਕ ਕੋਈ ਨੌਕਰੀ ਨਹੀਂ ਮਿਲੀ ਜੀ। ਪਰ ਮੈਨੂੰ ਮਨਪ੍ਰੀਤ ਸਾਹਿਬ ਨੇ ਵੀ ਮੈਨੂੰ ਕਿਹਾ, ਉੱਠ ਕੇ ਖੜੇ ਹੋ ਕੇ ਮੈਨੂੰ ਮਿਲੇ ਜੀ, ਵੀ ਤੁਹਾਨੂੰ ਪੰਜਾਬ ਪੁਲਿਸ 'ਚ ਨੌਕਰੀ ਦੇ ਦਾਂਗੇ। ਉਹਨਾਂ ਨੇ ਵੀ ਮੈਨੂੰ ਕੁਛ ਨਹੀਂ ਦਿੱਤਾ ਜੀ ਹਜੇ ਤੱਕ। ਅੱਛਾ, ਜਿਹੜੇ ਸਟੇਟ ਲੈਵਲ ਤੇ ਮੈਡਲ ਜਿਹੜੇ ਆ, ਕਦੇ ਗਿਣਤੀ ਮਾਰੀ ਆ, ਕਦੇ ਗਿਣਿਆ ਕਿ ਸਰਟੀਫਿਕੇਟ ਮੈਡਲ ਸਟੇਟ ਲੈਵਲ ਤੇ ਕਿੰਨੇ ਕੁ ਤੁਸੀਂ ਲੈ ਚੁੱਕੇ ਹੋ? ਹੋਣਗੇ ਜੀ 10-12 ਮੈਡਲ, ਗਿਣੇ ਨਹੀਂ ਕਦੇ। ਪਰ ਤੇ ਬਸ ਇੱਕ ਹੋਰ ਗੱਲ ਦੱਸਿਓ, ਜਿਹੜੇ ਇਹ ਜਦੋਂ ਤੁਹਾਨੂੰ ਮੈਡਲ ਮਿਲਦੇ ਆ, ਮੈਡਲਾਂ ਦੇ ਨਾਲ ਕੋਈ ਰਾਸ਼ੀ ਵੀ ਮਿਲਦੀ ਆ ਜਾਂ ਇਕੱਲੇ ਬਸ ਮੈਡਲ ਤੇ ਸਰਟੀਫਿਕੇਟ ਹੀ ਮਿਲਦੇ ਆ? ਮੈਡਲ ਤੇ ਸਰਟੀਫਿਕੇਟ ਹੀ ਮਿਲਦੇ ਜੀ, ਬਾਕੀ ਤਾਂ ਸਾਰਾ ਕੁਝ ਆਪਦੇ ਕੋਲੋਂ ਹੀ ਕਰਕੇ ਜਾਂਦੇ ਅਸੀਂ, ਜਿੰਨਾ ਜਾਂਦੇ ਹਾਂ ਸਾਰੀ ਅਮਾਊਂਟ ਆਪਦੇ ਕੋਲੋਂ ਲਾਉਣੇ ਜੀ। ਤੇ ਮੈਂ ਏਸ਼ੀਆ ਖੇਡਿਆ, ਵਰਲਡ ਖੇਡਿਆ ਜੀ, ਮੇਰੇ ਘਰ ਦੀ ਰਜਿਸਟਰੀ ਵੀ ਕਹਿਣੇ ਪਈ ਆ। ਹਿਸਾਬ ਖੁਦ ਹੀ ਲਾ ਲਓ। ਬਾਈ ਦੇ ਘਰ ਦੀ ਰਜਿਸਟਰੀ ਜਿਹੜੀ ਆ ਉਹ ਗਹਿਣੇ ਪਈ ਆ। ਗਹਿਣੇ ਦਾ ਕਾਰਨ ਕੀ ਆ? ਕਿਉਂਕਿ ਬਾਈ ਏਸ਼ੀਆ ਖੇਡਿਆ ਉਦੈਪੁਰ ਦੇ ਵਿੱਚ, ਵਰਲਡ ਖੇਡਿਆ ਅਫਰੀਕਾ ਦੇ ਵਿੱਚ ਵਰਲਡ ਖੇਡਿਆ। ਜਦੋਂ ਤੁਸੀਂ ਜਾਣਾ ਹੁੰਦਾ ਤਾਂ ਤੁਹਾਡਾ ਖਰਚਾ ਵੀ ਸਰਕਾਰ ਨਹੀਂ ਕਰਦੀ, ਤੁਹਾਡਾ ਖਰਚਾ ਤੁਹਾਨੂੰ ਖੁਦ ਨੂੰ ਕਰਨਾ ਪੈਂਦਾ ਆ। ਤੁਹਾਡਾ ਖਰਚਾ ਜਿਹੜਾ ਆ ਤੁਹਾਨੂੰ ਖੁਦ ਨੂੰ ਕਰਨਾ ਪੈਂਦਾ ਆ, ਜਿਸ ਦੇ ਕਾਰਨ ਬਾਈ ਨੇ ਜਿਵੇਂ ਦੱਸਿਆ ਕਿ ਸਾਡੇ ਘਰ ਦੀ ਰਜਿਸਟਰੀ ਵੀ ਗਹਿਣੇ ਪਈ ਆ। ਘਰਦਿਆਂ ਨੇ ਕਰਤੀ ਹੋਣੀ ਆ ਕਿ ਮੁੰਡਾ ਕਿਸੇ ਨੌਕਰੀ ਤੇ ਲੱਗ ਜੂਗਾ, ਉਸ ਤੋਂ ਬਾਅਦ 4 ਪੈਸੇ ਆਉਣਗੇ ਤਾਂ ਇਹ ਕੋਈ ਗੱਲ ਨਹੀਂ, ਫਿਰ ਛਡਾ ਲਾਂਗੇ ਮੁੰਡੇ ਨੂੰ। ਕਿਹੜਾ
ਚੰਗੇ ਕਿੱਤੇ ਦੇ ਵਿੱਚ ਪਾ ਦਈਏ, ਮੁੰਡਾ ਕਿ ਰਾਮ ਦੀ ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚੇ। ਬਾਈ ਜਦੋਂ ਤੁਸੀਂ ਖੇਡਣ ਜਾਂਦੇ ਹੋ ਤਾਂ ਜਿਵੇਂ ਮੈਂ ਦੱਸਿਆ, ਸ਼ਾਇਦ ਮੈਂ ਗਲਤ ਨਹੀਂ, ਸਰਕਾਰ ਵੱਲੋਂ ਕੋਈ ਪੈਸਾ ਤੇ ਲੱਗਦਾ ਜਾਂ ਜਿਵੇਂ ਤੁਸੀਂ ਉਦੈਪੁਰ ਜਾਂਦੇ ਹੋ, ਚਾਹੇ ਟ੍ਰੇਨ ਦੇ ਜ਼ਰੀਏ ਜਾਂਦੇ ਹੋ, ਕਿਤੇ ਵੀ ਜਾਂਦੇ ਹੋ, ਉਹਦਾ ਕੋਈ ਪੈਸਾ ਤੇ ਜਾਣ ਆਉਣ ਦਾ, ਉੱਥੇ ਰਹਿਣ ਦਾ ਖਰਚਾ ਵਰਚਾ ਕੁਝ ਮਿਲਦਾ? ਕੁਛ ਨਹੀਂ ਮਿਲਿਆ ਜੀ ਸਾਨੂੰ ਅਜੇ ਤੱਕ, ਕੁਝ ਵੀ ਨਹੀਂ ਮਿਲਿਆ। ਕੁਛ ਨਹੀਂ ਮਿਲਿਆ। ਜਾਂ ਤਾਂ ਮੇਰੇ ਪਿੰਡ ਵਾਲਿਆਂ ਨੇ ਕੀਤੀ ਹੈ ਜੀ ਮੇਰੀ ਮਦਦ, ਜਾਂ ਕੁਛ NRI ਜਾਣਦੇ ਸੀ ਮੇਰੀ, ਉਹਨਾਂ ਨੇ ਕੀਤੀ ਹੈ ਜੀ। ਹੋਰ ਕਿਸੇ ਨੇ ਨਹੀਂ। ਮੈਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਜੀ ਮੈਨੂੰ ਹਜੇ ਤੱਕ। ਅੱਛਾ, ਜਦੋਂ ਅਫਰੀਕਾ ਤੁਸੀਂ ਗਏ ਹੋ, ਵਰਲਡ ਦੇ ਵਿੱਚ ਪਾਰਟਿਸਿਪੇਟ ਕੀਤਾ ਆ, ਤਾਂ ਉੱਥੇ ਬਾਈ ਕਿੰਨਾ ਖਰਚਾ ਹੋ ਗਿਆ ਤੁਹਾਡਾ? ਉੱਥੇ ਮੇਰੀ 1,30,000 ਰੁਪਏ ਤਾਂ ਮੈਂ ਐਂਟਰੀ ਭਰੀ ਹੈ ਜੀ। ਅੱਛਾ, ਐਂਟਰੀ ਭਰੀ ਆ? ਹਾਂਜੀ, 30-40 ਹਜ਼ਾਰ ਰੁਪਏ ਮੈਂ ਨਾਲ ਵੀ ਲੈ ਕੇ ਗਿਆ ਜੀ ਉੱਥੇ। ਉਹ ਸਾਰਾ ਮੈਂ ਘਰ ਦੀ ਰਜਿਸਟਰੀ ਗਹਿਣੇ ਧਰ ਕੇ ਲੈ ਕੇ ਗਿਆ ਜੀ ਆਪਦਾ। ਆਉਣ ਜਾਣ ਦਾ ਖਰਚਾ ਕਿੰਨਾ? ਆਉਣ ਜਾਣ ਦਾ ਸਾਰਾ 1,30,000 ਰੁਪਏ ਖਰਚਾ ਸੀ। ਵਿੱਚ ਹੀ ਟਿਕਟਾਂ ਉਹਨਾਂ ਦੀਆਂ, ਉਹ ਫੈਡਰੇਸ਼ਨ ਨੇ ਲੈਤਾ ਜੀ, ਉਹ ਵੀ ਲੈਤਾ। ਪਰ ਸਰਕਾਰ ਵੱਲੋਂ ਕੁਛ ਨਹੀਂ ਜੀ, ਕਰੋੜਾਂ ਰੁਪਈਆਂ ਦੇ ਨਾਮ ਕਿਹਾ ਹੀ ਜਾਂਦਾ ਖਾਲੀ ਨਿਊਜ਼ਾਂ 'ਚ, ਪਰ ਮਿਲਿਆ ਕਦੇ ਕੁਛ ਵੀ ਨਹੀਂ। ਕਦੇ ਵੀ ਕੁਛ ਨਹੀਂ ਮਿਲਿਆ। ਮੈਂ ਪੈਸੇ ਨਹੀਂ ਮੰਗਦਾ ਜੀ ਸਰਕਾਰ ਕੋਲੋਂ, ਮੈਨੂੰ ਤਾਂ ਨੌਕਰੀ ਦੇ ਦੇਣ। ਮੈਂ ਨੌਕਰੀ ਮੰਗਦਾ ਸਰਕਾਰ ਕੋਲੋਂ ਵੀ ਮੈਨੂੰ ਰੁਜ਼ਗਾਰ ਦਿੱਤਾ ਜਾਵੇ ਜੀ ਬਸ। ਤੁਸੀਂ ਜਦੋਂ 18 ਤੋਂ ਇਹਨਾਂ ਦੇ ਮਗਰ ਫਿਰਦੇ ਹੋ, 18 ਦੀ ਗੱਲ ਆ, 18 ਤੋਂ ਮਗਰ ਫਿਰ? ਹਾਂਜੀ, 18 ਤੋਂ ਮਗਰ ਫਿਰ ਰਿਹਾ ਮੈਂ ਇਹਨਾਂ ਦੇ। ਜਿਹੜੀ ਪਾਰਟਿਸਿਪੇਟ ਵਰਲਡ ਦੇ ਵਿੱਚ ਕੀਤੀ ਸੀ, ਪਹਿਲਾਂ ਤੁਸੀਂ ਏਸ਼ੀਆ ਜਿੱਤੇ, ਉਸ ਤੋਂ ਬਾਅਦ ਵਰਲਡ ਦੇ ਵਿੱਚ ਪਾਰਟਿਸਿਪੇਟ ਕਰਦੇ ਹੋ 18 ਦੇ ਵਿੱਚ? ਹਾਂਜੀ, ਸਤੰਬਰ 'ਚ ਕੀਤੀ ਹੈ ਜੀ ਮੈਂ, 18 ਸਤੰਬਰ 'ਚ ਵਿੱਚ ਪਾਰਟਿਸਪੇਸ਼ਨ ਜਿਹੜੀ 18 'ਚ ਕੀਤੀ ਹੈ, ਸਤੰਬਰ ਦੇ ਵਿੱਚ ਕੀਤੀ ਹੈ ਜੀ ਉਹ ਮੈਂ ਵਰਲਡ 'ਚ। ਤੇ 2 ਤੋਂ 6 ਮਈ ਮੈਂ ਏਸ਼ੀਆ ਖੇਡਿਆ ਜੀ ਉਦੈਪੁਰ, ਜਿਹਦੇ 'ਚ ਮੈਂ ਚੈਂਪੀਅਨ ਬਣਿਆ ਲਗਭਗ ਸਾਰੇ ਬਿੱਟ ਆਪਦੇ ਤਿੰਨੇ ਇਵੈਂਟਾਂ 'ਚੋਂ ਚੈਂਪੀਅਨ, ਓਵਰਆਲ ਚੈਂਪੀਅਨ ਜੀ। ਤੇ ਜਿਹੜਾ ਪਿਛਲੇ ਸਾਲ ਦਾ ਚੈਂਪੀਅਨ ਸੀ ਉਹਨੂੰ ਵੀ ਕੱਟ ਕੇ ਚੈਂਪੀਅਨ ਬਣਿਆ ਜੀ। ਜਿਹੜਾ ਪਿਛਲੇ ਸਾਲ ਦਾ ਉਹ ਵੀ ਸੀ? ਹਾਂ, ਜਿਹੜਾ 17 ਦਾ ਚੈਂਪੀਅਨ ਸੀ, ਉਹ ਚੀਨ ਦਾ ਪਲੇਅਰ ਸੀ, ਉਹਨੂੰ ਕੱਟ ਕੇ ਫਿਰ ਚੈਂਪੀਅਨ ਬਣਿਆ ਜੀ ਮੈਂ। ਅੱਛਾ ਭਾਈ, ਜਿਹੜਾ ਤੁਹਾਨੂੰ ਏਸ਼ੀਆ ਦਾ ਮੈਡਲ ਮਿਲਿਆ ਉਹ ਦਿਖਾ ਸਕਦੇ ਹੋ? ਏਸ਼ੀਆ ਦਾ ਸਰਟੀਫਿਕੇਟ ਕਿਹੜਾ ਉਹ ਦਿਖਾ ਸਕਦੇ ਹੋ? ਜੀ ਆ 4। ਅੱਛਾ, ਹਾਂਜੀ, ਆ 4 ਮੈਡਲ ਏਸ਼ੀਆ ਦੇ ਜੀ ਮੇਰੇ। ਇਹ ਤੁਸੀਂ ਇਹ ਦੇਖ ਸਕਦੇ ਹੋ, ਪਾਰਟਿਸਿਪੇਟ ਹੈ ਜੀ ਮੇਰਾ। ਅੱਛਾ, ਵਰਲਡ ਪਾਰਟਿਸਿਪੇਟ। ਇਹ ਤੁਸੀਂ ਮੈਡਲ ਦੇਖ ਸਕਦੇ ਹੋ। ਅਸੀਂ ਕੋਈ ਫੋਕੀਆਂ ਗੱਲਾਂ ਨਹੀਂ ਕਰ ਰਹੇ ਜਾਂ ਫਿਰ ਕਿਸੇ ਹੋਰ ਖਿਡਾਰੀ ਦੇ ਮੈਡਲ ਲਿਆ ਕੇ ਨਹੀਂ, ਤੁਹਾਨੂੰ ਇਹ ਵੀ ਦਿਖਾ ਰਹੇ ਕਿ ਯਾਰ ਇਹ ਅਸਲ ਦੇ ਵਿੱਚ ਸੱਚਾਈ ਆ, ਸੱਚੀ ਗੱਲ ਆ। ਏਸ਼ੀਆ ਦੇ ਮੈਡਲ, ਇਹ ਏਸ਼ੀਆ ਦਾ ਸਰਟੀਫਿਕੇਟ ਦੇਖ ਸਕਦੇ ਹੋ। ਇਹ ਮੈਡਲ ਲੈਣ ਲੱਗਿਆ ਨਾ, ਇਹ ਮੈਡਲ ਗਲ 'ਚ ਪਵਾਉਣ ਲੱਗਿਆ, ਵੱਡਿਆਂ ਦਾ ਤਰਾਹ ਨਿਕਲ ਜਾਂਦਾ, ਵੱਡਿਆਂ ਦੀ ਧੁੱਕੀ ਨਿਕਲ ਜਾਂਦੀ ਆ। ਤੇ ਇਹ ਨੌਜਵਾਨ ਨੇ ਮੈਡਲ ਜਿਹੜੇ ਆਪਣੇ ਗਲੇ ਦੇ ਵਿੱਚ ਪਵਾਏ ਆ, ਤੇ ਅੱਜ ਮਿਲਿਆ ਕੀ ਆ? ਕੁਛ ਵੀ ਨਹੀਂ। ਬੈਠਾ ਨੌਜਵਾਨ ਜਿਹੜਾ ਸਾਡੇ ਨਾਲ ਵਾਰ-ਵਾਰ ਜਿਹੜਾ ਇਹ ਭਾਵੁਕ ਹੋ ਰਿਹਾ। ਬਾਈ ਫਿਰ ਹੋਰਨਾਂ ਪਾਰਟੀਆਂ ਕੋਲੇ ਜਾ ਕੇ ਗੱਲਬਾਤ ਕੀਤੀ ਹੋਣੀ ਆ, ਖੌਰੇ ਉਹੀ ਜਿਹੜੀ ਆ ਤੁਹਾਡੀ? ਹੋਰ ਕਿਸੇ ਪਾਰਟੀ ਕੋਲੇ ਨਹੀਂ ਗਿਆ ਜੀ। ਹੋਰ ਕਿਸੇ ਪਾਰਟੀ ਕੋਲੇ ਨਾ, ਹੋਰ ਕਿਸੇ ਨੇ ਜਾਣ ਹੀ ਨਹੀਂ ਦਿੱਤਾ ਜੀ। ਕਹਿੰਦੇ ਸਰਕਾਰ ਮੌਜੂਦਾ ਉਹਨਾਂ ਨੂੰ ਹੀ ਮਿਲੋ। ਅੱਛਾ, ਵੈਸੇ ਜਿਹੜਾ ਤੁਹਾਡੀ ਖੇਡ ਆ, ਤੁਹਾਡੀ ਗੇਮ ਆ, ਇਹਦੇ ਜਿਹੜੇ ਪਲੇਅਰ ਇਹਨਾਂ ਨੂੰ ਪਹਿਲਾਂ ਸਰਕਾਰੀ ਨੌਕਰੀਆਂ ਮਿਲੀਆਂ ਹੋਈਆਂ ਨੇ ਸਰਕਾਰੀ ਕੋਟੇ ਦੇ ਵਿੱਚ? ਇੱਕ ਹੋਰ ਦੱਸਿਓ, ਕਈ ਵਾਰੀ ਇਹ ਵੀ ਹੁੰਦਾ ਨਾ ਕਿ ਗੇਮ ਜਿਹੜੀ ਹੁੰਦੀ ਆ, ਕਹਿੰਦੇ ਆ ਭਾਈ ਲਿਸਟ ਦੇ ਵਿੱਚੋਂ ਕੱਢ ਦਿੱਤੀ ਗਈ ਆ, ਜਾਂ ਇਹ ਗੇਮ ਇਹ ਡਿਪਾਰਟਮੈਂਟ ਦੇ ਵਿੱਚ ਨਹੀਂ ਆ, ਤੈਨੂੰ ਹੋਰ ਡਿਪਾਰਟਮੈਂਟ ਦੇ ਮਿੰਟ ਦੇ ਵਿੱਚ ਮਿਲੂਗੀ। ਇਹ ਜਿਹੜੀ ਤੁਹਾਡੀ ਗੇਮ ਆ, ਕਿਹੜੇ ਡਿਪਾਰਟਮੈਂਟ ਦੇ ਪੰਜਾਬ ਦੇ ਵਿੱਚ ਹੈਗੀ ਆ? ਲਗਭਗ ਸਾਰੇ ਡਿਪਾਰਟਮੈਂਟਾਂ 'ਚ ਜੀ ਸਾਡੀ ਗੇਮ ਦਾ। ਕਾਲੀਆਂ ਸਰਕਾਰ 'ਚ ਬੰਦਾ DSP ਭਰਤੀ ਹੋਇਆ ਜੀ, ਹੁਣ SP ਹੈ ਬਣੀ ਚੀਮਾ, ਜੋ ਬਰਨਾਲੇ ਲੱਗੇ ਬਣੇ SP ਮੌਜੂਦਾ। ਤੇ ਵਿੱਚ ਥਾਣੇਦਾਰ ਆ ਜੀ, ਫਲੋਰ ਦੇ ਵਿੱਚ ਥਾਣੇਦਾਰ ਆ ਬੰਦਾ ਜੀ। ਤੇ PAP 'ਚ ਮੁਲਾਜ਼ਮ ਹੈ। ਖੇਲੋ ਇੰਡੀਆ 'ਚ ਗੇਮ ਆਈ ਹੈ ਜੀ ਸਾਡੀ। ਤੇ ਇੰਡੀਆ ਪੁਲਿਸ 'ਚ ਗੇਮ ਹੈ ਜੀ, ITBP 'ਚ ਗੇਮ ਹੈ ਜੀ, ਪੋਸਟ ਆਫਿਸ 'ਚ ਗੇਮ ਹੈ ਜੀ, ਰੇਲਵੇ 'ਚ ਗੇਮ ਹੈ, 에ਅਰ ਇੰਡੀਆ 'ਚ ਗੇਮ ਹੈ ਜੀ, ਇੰਡੀਅਨ ਆਇਲ 'ਚ ਗੇਮ ਹੈ ਜੀ, ਜੰਗਲਾਤ ਮਹਿਕਮੇ 'ਚ ਗੇਮ ਹੈ। ਲਗਭਗ ਸਾਰੇ ਮਹਿਕਮੇ 'ਚ। ਬਿਜਲੀ ਬੋਰਡ 'ਚ ਟੀਮ ਹੈ ਜੀ ਗੇਮ ਦੀ, ਐਕਟਿਵ ਬਿਜਲੀ ਬੋਰਡ ਦੀ ਟੀਮ ਬਕਾਇਦਾ ਆਲ ਇੰਡੀਆ ਬਿਜਲੀ ਬੋਰਡ 'ਚੋਂ ਚੈਂਪੀਅਨ ਬਣੀ ਜੀ, ਉਹਦੇ 'ਚ ਵੀ ਟੀਮ ਹੈ ਬਕਾਇਦਾ, ਜਿਹਦੇ ਕਾਂਗੜ ਸਾਹਿਬ ਮੰਤਰੀ ਸੀ ਜਦੋਂ ਮੈਂ ਨੌਕਰੀ ਲੈਣ ਗਿਆ ਜੀ। ਅੱਛਾ, ਇੱਕ ਚੀਜ਼ ਹੋਰ ਆ ਬਾਈ, ਜਿਵੇਂ ਹੁਣ ਤੁਸੀਂ ਦੱਸਿਆ ਤੁਹਾਡੇ ਤਾਂ ਘਰ ਦੇ ਹਾਲਾਤ ਇੰਨੇ ਬਹੁਤੇ ਚੰਗੇ ਨਹੀਂ ਹੈ ਨਾ, ਤੇ ਜਦੋਂ ਤੁਹਾਨੂੰ 8-9 ਸਾਲ ਹੋ ਗਏ ਇਸ ਕਿੱਤੇ ਦੇ ਵਿੱਚ ਹੈ ਨਾ, ਤਾਂ ਘਰ ਦੇ ਵੀ ਇੱਕ ਸਾਰ ਹੁੰਦਾ ਅੱਕ ਕੇ ਕਹਿ ਦਿੰਦੇ ਆ ਕਿ ਯਾਰ ਕੀ ਲੈਣਾ ਤੈਨੂੰ, 8-9 ਸਾਲ ਹੋ ਗਏ ਤੂੰ ਪੈਸੇ, ਜਿਵੇਂ ਤੁਸੀਂ ਦੱਸਿਆ ਕਿ ਘਰ ਦੀ ਰਜਿਸਟਰੀ ਵੀ ਗਹਿਣੇ ਪਈ ਆ, ਕਿ ਯਾਰ ਘਰੋਂ ਪੈਸੇ ਲਾ ਜਾਈ ਜਾਂਦਾ ਤੇ ਮਿਲਦਾ ਕੀ ਆ, ਤਾਂ ਫਿਰ ਘਰ ਦੇ ਕੀ ਆਖਦੇ ਆ ਬਾਈ? ਫੂਡ ਸਾਥ ਬਸ ਪੁੱਛੋ ਨਾ ਜੀ, ਬਸ ਗਾਲਾਂ ਵੀ ਲਈਦੀਆਂ ਜੀ, ਦਿਹਾੜੀ ਵੀ ਕਰੀ ਦੀ ਹੈ, ਚਾਹ ਵੀ ਬਣਾਈ ਦੀ ਹੈ। ਬਸ ਜੋ ਗੇਮ ਮੈਂ ਛੱਡੀ ਨਹੀਂ ਆਉਂਦੀ ਜੀ। ਕਦੇ ਤਾਂ ਆਸ ਹੈਗੀ ਵੀ ਕਦੇ ਤਾਂ ਮਿਲੂਗਾ ਕੁਛ। ਜਦੋਂ ਬਾਈ ਫਿਰ ਇੱਥੇ ਚਾਹ ਬਣਾਉਣੀ ਹੋ, ਤੇ ਇੱਕ ਸਮਾਂ ਉਹ ਵੀ ਹੁੰਦਾ ਜਦੋਂ ਗੱਲ ਦੇ ਵਿੱਚ ਮੈਡਲ ਪਵਾ ਰਹੇ ਹੋ, ਇੱਕ ਸਮਾਂ ਇਹ ਹੁੰਦਾ ਜਿਵੇਂ ਅਸੀਂ ਜਦੋਂ ਆਏ ਤੁਸੀਂ ਦੇਖਿਆ ਕਿ ਤੁਸੀਂ ਚਾਹ ਲੋਕਾਂ ਨੂੰ ਸਰਵ ਕਰ ਰਹੇ ਸੀ, ਉਦੋਂ ਦਿਮਾਗ ਦੇ ਵਿੱਚ ਕੀ ਆਉਂਦਾ? ਫਿਰ ਕਿੱਦਾਂ ਦੀ ਸੋਚ ਆਉਂਦੀ? ਚਲੋ ਸਾਰੇ ਤਾਂ ਹੁਣ ਕੀਤਾ ਜੀ, ਜਦੋਂ ਸਰਕਾਰ ਹੀ ਨਹੀਂ ਦਿੰਦੀ ਕੁਛ ਕਰਨਾ ਹੀ ਪੈਣਾ ਜੀ, ਕੁਛ ਤਾਂ ਕਰਨਾ ਪੈਣਾ। ਹੁਣ ਥੋੜ੍ਹੇ ਦਿਨ ਤੁਸੀਂ 15-20 ਦਿਨ ਪਹਿਲਾਂ ਨਿਊਜ਼ ਅਜੀਤ ਦੀ ਨਿਊਜ਼ ਦੇਖੀ ਹੋਣੀ ਹੈ ਵੀ ਪਲੇਅਰ ਕਿਉਂ ਗੈਂਗਸਟਰ ਬਣਦੇ ਆ। ਆਹ ਹਾਲਾਤ ਆ ਜੀ ਤੁਹਾਡੇ ਸਾਹਮਣੇ, ਗੈਂਗਸਟਰ ਪਲੇਅਰ ਆਏ ਬਣਦੇ ਆ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ, ਅਜੀਤ ਵਾਲੇ ਪੁੱਛਦੇ ਸੀ ਨਾ ਵੀ ਕਿਉਂ ਗੈਂਗਸਟਰ ਬਣਦੇ ਆ, ਆਹ ਹਾਲਾਤ ਆ ਜੀ ਗੈਂਗਸਟਰ ਬਣਨ ਦੇ। ਇੱਕ ਗੱਲ ਮੈਂ ਹੋਰ ਦੱਸ ਦਿਆਂ ਕਿ ਤੁਸੀਂ ਬਾਈ ਦਾ ਜੁੱਸਾ ਦੇਖ ਲਓ, ਬਾਈ ਦੀ ਹਾਈਟ ਦੇਖ ਲਓ,
ਕਿ ਪੰਜਾਬ ਪੁਲਿਸ ਨੂੰ ਇਦਾਂ ਦੇ ਜਵਾਨ ਚਾਹੀਦੇ ਆ। ਜੇਕਰ ਅਸੀਂ ਤਰਸ ਦੇ ਆਧਾਰ 'ਤੇ ਯਾਰ ਉਹਨਾਂ ਨੂੰ ਕਰੋੜਾਂਪਤੀਆਂ ਨੂੰ ਨੌਕਰੀਆਂ ਦੇ ਸਕਦੇ ਹਾਂ ਤਾਂ ਇਹਨਾਂ ਨੂੰ ਕਿਉਂ ਨਹੀਂ ਤਰਸ ਦੇ ਆਧਾਰ 'ਤੇ ਮਿਲ ਸਕਦੀ? ਚਲੋ ਇਹਨਾਂ ਦਾ ਤਰਸ ਦੇ ਆਧਾਰ 'ਤੇ ਨਹੀਂ, ਇਹ ਤਾਂ ਆਪਦੀ ਕਾਬਲੀਅਤ ਦੇ ਆਧਾਰ 'ਤੇ ਨੌਕਰੀ ਮੰਗਦੇ ਆ, ਕੋਈ ਤਰਸ ਦੇ ਆਧਾਰ 'ਤੇ ਨੌਕਰੀ ਨਹੀਂ ਮੰਗਦੇ, ਕਾਬਲੀਅਤ ਦੇ ਆਧਾਰ 'ਤੇ ਨੌਕਰੀ ਮੰਗਦੇ ਆ। ਅੱਜ ਤੁਸੀਂ ਦੇਖ ਸਕਦੇ ਹੋ ਏਸ਼ੀਆ ਦੇ 골ਡ ਮੈਡਲਿਸਟ, ਏਸ਼ੀਆ ਦਾ 골ਡ ਮੈਡਲਿਸਟ ਆ, ਇਹ ਵਰਲਡ ਦਾ ਜਿਹੜਾ ਆ ਮੈਡਲ ਆ। ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਮੈਡਲ ਜਿਹੜੇ ਆ ਬਾਈ, ਇੱਕ ਗੱਲ ਦੱਸਿਓ ਕਿੰਨੀ ਕੁ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਇਹ ਮੈਡਲ ਜਿਹੜੇ ਆ ਗਲ ਦੇ ਵਿੱਚ ਪਾਉਣ ਦੇ ਲਈ? ਬਾਈ ਜੀ ਲਗਭਗ ਮੈਂ 370 ਕਿਲੋ ਭਾਰ ਦੀ ਬੈਠਕ ਮਾਰਦਾ ਜੀ। ਅੱਛਾ, ਮੇਰੇ ਪਤਾ ਹੀ ਨਹੀਂ ਕਿੰਨੀਆਂ ਕਿ ਇੰਜਰੀਆਂ ਆਈਆਂ, ਹੁਣ ਵੀ ਮੇਰੀ ਆ 7 ਦੀ ਅੱਡ ਹੋਈ ਪਈ ਇੰਜਰੀ ਨਾਲ। ਅੱਛਾ ਜੀ। ਹਾਂਜੀ, ਜਿਹਦੇ ਕੋਲੇ ਮੇਰੇ ਕੋਲੇ MRI ਕਰਾਉਣ ਨੂੰ ਪੈਸੇ ਹੈ ਨਹੀਂ। ਅੱਛਾ ਜੀ। ਹਾਂਜੀ, ਬਸ ਆਹੀ ਲਈ ਫਿਰਦਾ ਜੀ। ਤੇ ਬਾਈ ਜਿਹੜੀ ਡਾਈਟ ਆ, ਫਿਰ ਜਦੋਂ ਐਡੀ ਤੁਸੀਂ ਤਾਂ ਗੇਮ ਪਾਵਰ ਲਿਫਟਿੰਗ ਕਰਦੇ ਹੋ ਤਾਂ ਇਹਦੇ ਲਈ ਤਾਂ ਫਿਰ ਡਾਈਟ ਵੀ ਬੜੀ ਚਾਹੀਦੀ ਹੁੰਦੀ ਆ। ਜਿਵੇਂ ਹੁਣ ਤੁਹਾਡਾ ਅਸੀਂ ਜੁੱਸਾ ਦੇਖ ਰਹੇ ਤਾਂ ਡਾਈਟ ਦਾ ਜਿਹੜਾ ਪੂਰੇ ਦਿਨ ਦਾ ਉਹ ਕਿਵੇਂ ਕਰਦੇ ਹੋ? ਡਾਈਟ ਸਰ ਕੁਛ ਕੁ ਮਿਲੀ ਜਾਂਦੀ ਹੈ ਜੀ, ਕੁਛ ਕੁ ਜਿਹੜੇ ਮੇਰੇ ਕੋਲ ਮੁੰਡੇ ਕਰਦੇ ਆ ਪ੍ਰੈਕਟਿਸ, 8-10 ਮੁੰਡੇ ਕਰਦੇ ਜੀ ਮੇਰੇ ਕੋਲੇ, ਜਿਨ੍ਹਾਂ ਦਾ ਸਕੂਲ ਨੈਸ਼ਨਲ 'ਚੋਂ ਲਗਭਗ ਸਾਰਿਆਂ ਦੇ ਮੈਡਲ ਹੈ ਜੀ। ਕਿਸੇ ਦਾ ਸਕੂਲ ਨੈਸ਼ਨਲ 'ਚੋਂ ਤਿੰਨ ਬਰਾਊਂਜ ਮੈਡਲ ਹੈ, 2 ਗੋਲਡ ਮੈਡਲ ਹੈ ਜੀ। ਇੱਕ ਮੇਰੇ ਕੋਲੇ ਮੁੰਡਾ ਏਸ਼ੀਆ ਦਾ ਕਰਦਾ ਹੈ, ਅਤੇ ਹੁਣ ਉਹਨੇ ਏਸ਼ੀਆ ਜਾਣਾ ਜੀ, ਇੰਡੋਨੇਸ਼ੀਆ। ਮੇਰਾ ਸਟੂਡੈਂਟ ਆ, ਮੇਰੇ ਕੋਲੇ ਕਰਦੇ ਆ। ਬਸ ਉਹ ਕੁਛ ਨਾ ਕੁਛ ਉਹ ਕਰ ਦਿੰਦੇ ਜੀ ਮੈਨੂੰ, ਵੀ ਸਾਡਾ ਕੋਚ ਹੈ ਜੀ, ਪਰ ਮੈਂ ਉਹਨਾਂ ਤੋਂ ਕੋਈ ਪੈਸਾ ਨਹੀਂ ਲੈਂਦਾ ਜੀ। ਪਰਸਨਲ ਟ੍ਰੇਨਿੰਗ ਕੋਈ ਪੈਸਾ ਨਹੀਂ ਲੈਂਦਾ, ਫ੍ਰੀ ਟ੍ਰੇਨਿੰਗ ਦਿੰਦਾ ਜੀ ਮੈਂ ਉਹਨਾਂ ਨੂੰ। ਤੁਸੀਂ ਪਰਸਨਲ ਟ੍ਰੇਨਿੰਗ ਦਿੰਦੇ? ਨਹੀਂ, ਕਿਸੇ ਨੂੰ ਨਹੀਂ ਦਿੰਦਾ ਜੀ ਮੈਂ। ਮਤਲਬ ਮੈਂ ਆਮ ਜਿੰਮ 'ਚ ਜਾਂਦਾ ਨਾਲ ਉਹਨਾਂ ਦੇ, ਉੱਥੇ ਜਿੰਮ 'ਚ ਹੀ ਲਵਾਉਣਾ ਜੀ ਪ੍ਰੈਕਟਿਸ ਉਹਨਾਂ ਨੂੰ। ਅੱਛਾ, ਤੁਸੀਂ ਕਿਹੜੀ ਫੈਡਰੇਸ਼ਨ ਦੇ ਵਿੱਚ, ਕਿਹੜੀ ਫੈਡਰੇਸ਼ਨ ਵੱਲੋਂ ਖੇਡਦੇ ਹੋ? ਕਿਸੇ ਕਿਉਂਕਿ ਡਿਪਾਰਟਮੈਂਟ ਵੱਲੋਂ ਤਾਂ ਚਲੋ ਖੇਡ ਨਹੀਂ ਸਕਦੇ ਕਿਉਂਕਿ ਤੁਸੀਂ ਅਜੇ ਕਿਸੇ ਵੀ ਨੌਕਰੀ 'ਤੇ ਨਹੀਂ, ਕਿਹੜੀ ਫੈਡਰੇਸ਼ਨ ਵੱਲੋਂ ਖੇਡਦੇ ਹੋ? PI ਫੈਡਰੇਸ਼ਨ ਵੱਲੋਂ ਖੇਡਦਾ ਸਰ, ਆਪ ਹੀ ਹੈ PI। ਹਾਂਜੀ, PI ਫੈਡਰੇਸ਼ਨ ਵੱਲੋਂ ਖੇਡ ਰਹੇ। ਜਿਹੜੀ ਗਵਰਨਮੈਂਟ ਆਫ ਇੰਡੀਆ ਦੀ? ਹਾਂਜੀ ਹਾਂਜੀ, ਉਹਨਾਂ ਤੋਂ ਵੱਲੋਂ ਫੂਡ ਮਾਨਤਾ ਪ੍ਰਾਪਤ ਹੈ ਜੀ ਫੈਡਰੇਸ਼ਨ ਨੂੰ, ਪਰ ਲਗਭਗ ਪਲੇਅਰਾਂ ਨੂੰ ਉਹਨਾਂ ਨੂੰ ਹੀ ਨੌਕਰੀ ਮਿਲਦੀ ਹੈ ਜਿਨ੍ਹਾਂ ਦੀ ਜੇਬ 'ਚ ਪੈਸੇ ਹੈ। ਅੱਛਾ ਜੀ, ਇਹ ਵੀ ਚੀਜ਼ ਹੁੰਦੀ? ਹਾਂ ਜੀ, ਬਸ ਲੀਡਰ ਭਾਲਦੀ ਪੈਸੇ ਹੈ ਜੀ, ਤੋਂ ਕੋਲੇ ਪੈਸੇ ਹੈਗੇ ਤਾਂ ਜਾਓ ਨੌਕਰੀ ਲੈ ਲਓ, ਨਹੀਂ ਗਰੀਬ ਨੂੰ ਤਾਂ ਤੁਹਾਨੂੰ ਪਤਾ ਹੀ ਹੈ, ਆ ਤੁਹਾਡੇ ਸਾਹਮਣੇ ਹੀ ਬੈਠਾ ਜੀ ਮੈਂ। ਤੇ ਫਿਰ ਤੁਹਾਡੇ ਕੋਚ ਸਾਹਿਬਾਨ ਨੇ ਉਹਨਾਂ ਨੇ ਸਿਫਾਰਿਸ਼ ਨਹੀਂ ਕੀਤੀ? ਸਿਫਾਰਿਸ਼ ਤਾਂ ਕੀਤੀ ਹੋਣੀ ਆ ਤੁਹਾਡੇ ਕੋਚ ਸਾਹਿਬਾਨ ਨੇ ਤੁਹਾਡੀ ਨੌਕਰੀ ਦੇ ਲਈ। ਜਦੋਂ ਇੱਕ ਕੋਈ ਪਲੇਅਰ ਹੁੰਦਾ ਸਾਡੇ ਏਰੀਏ ਦੇ ਵਿੱਚੋਂ ਚੰਗਾ ਨਿਕਲਦਾ, ਸਾਡੇ ਕੋਚ ਹੁੰਦੇ ਆ, ਉਹ ਸਿਫਾਰਿਸ਼ ਕਰ ਦਿੰਦੇ ਆ ਕਿ ਯਾਰ ਸਿਫਾਰਿਸ਼ ਦੇ ਆਧਾਰ 'ਤੇ ਨੌਕਰੀ। ਗੌਰਮੈਂਟ ਅਫਸਰ ਸਿਫਾਰਿਸ਼ ਨਹੀਂ ਨਾ ਕਰ ਸਕਦਾ ਜੀ। ਅੱਛਾ ਜੀ। ਹਾਂਜੀ, ਉਹਨਾਂ ਦੀ ਸਿਫਾਰਿਸ਼ ਨਾ ਹੀ ਸੁਣੀ ਜਾਵੇ, ਨਾ ਹੀ ਉਹ ਕਰਦੇ। ਅੱਛਾ, ਇੱਕ ਚੀਜ਼ ਹੋਰ ਦੱਸਿਓ, ਜਦੋਂ ਅਸੀਂ ਬਾਈ ਕੋਲੇ ਆਏ ਆ, ਡੱਬਾ ਤੁਸੀਂ ਦੇਖ ਸਕਦੇ ਹੋ, ਲਿਫਾਫਿਆਂ ਦੇ ਵਿੱਚ ਇੱਕ ਡੱਬਾ ਬੰਦ ਕੀਤਾ ਹੋਇਆ। ਇਹ ਡੱਬੇ ਦੇ ਵਿੱਚ ਬਾਈ ਦੇ ਮੈਡਲ ਸੀ। ਮੈਂ ਇਹ ਗੱਲ ਜ਼ਰੂਰ ਪੁੱਛਣੀ ਚਾਹੂੰਗਾ ਕਿ ਬਾਈ ਨੇ ਮੈਡਲ ਜਿਹੜੇ ਆ ਡੱਬਿਆਂ ਦੇ ਵਿੱਚ ਕਿਉਂ ਰੱਖਿਆ? ਕਿਉਂਕਿ ਜਦੋਂ ਜੇ ਕੋਈ ਮੇਰੇ ਵਰਗਾ ਇੱਕ ਅੱਧਾ ਮੈਡਲ ਵੀ ਜਿੱਤ ਲੈਂਦਾ ਨਾ, ਤਾਂ ਡਰਾਇੰਗ ਰੂਮ ਦੇ ਵਿੱਚ ਇੱਕ ਅਲਾਇਦਾ ਜਿਹੜੀ ਅਲਮਾਰੀ ਬਣਾਉਣਾ ਤਾਂ ਉਹਦੇ ਵਿੱਚ ਟੰਗ ਕੇ ਰੱਖਦਾ। ਪਰ ਬਾਈ ਨੇ ਜਿਹੜੇ ਆਪਣੇ ਮੈਡਲ ਜਿਹੜੇ ਆ ਡੱਬੇ ਦੇ ਵਿੱਚ, ਗੱਤੇ ਦੇ ਡੱਬੇ ਦੇ ਵਿੱਚ ਬੰਦ ਕੀਤੇ ਸੀ। ਕੋਈ ਸੋਨੇ ਜਾਂ ਚਾਂਦੀ ਦਾ ਡੱਬਾ ਨਹੀਂ ਬਣਾਇਆ ਬਾਈ, ਮੈਡਲ ਕੋ ਡੱਬੇ ਦੇ ਵਿੱਚ ਬੰਦ ਕਰਕੇ ਰੱਖਿਆ। ਬਾਈ ਯਾਰ ਇਹਨਾਂ ਨੂੰ ਦੇਖ ਦੇਖ ਰੋਣਾ ਆਉਂਦਾ, ਕਰਕੇ ਡੱਬੇ 'ਚ ਬੰਦ ਕਰ। ਨਾ ਹੀ ਮੇਰੇ ਕੋਲ ਡਰਾਇੰਗ ਰੂਮ ਆ ਬਾਈ, ਵੀ ਮੈਂ ਟੰਗ ਦੂੰ ਇਹਨਾਂ ਨੂੰ ਜਾ ਕੇ। ਰਜਿਸਟਰੀ ਤਾਂ ਮੇਰੇ ਘਰ ਦੀ ਨਹੀਂ ਪਈ ਆ ਭਾਈ। ਜਿੱਥੇ ਤੁਸੀਂ ਖੋਖਾ ਲਾਉਣੇ ਹੋ, ਤੁਸੀਂ ਮੈਨੂੰ ਇਹ ਵੀ ਦੱਸ ਰਹੇ ਸੀ ਇਹ ਵੀ ਸਰਕਾਰੀ ਜਗ੍ਹਾ ਗਈ ਵੀ ਤੁਹਾਨੂੰ ਸਰਕਾਰ ਇੱਥੋਂ ਵੀ ਕਦੇ ਵੀ ਉਠਾ, ਜੇ ਚਾਹੇ ਤਾਂ ਸਰਕਾਰ ਉਠਾ ਸਕਦੀ ਹੈ? ਹਾਂਜੀ, ਇਹ ਪਿੱਛੇ ਸੜਕ ਬਣਦੀ ਆਉਂਦੀ ਹੈ, ਕੋਈ ਪਤਾ ਨਹੀਂ ਬਾਈ ਜੀ ਬਈ ਇਹ ਰੁਜ਼ਗਾਰ ਵੀ ਕਦੋਂ ਖੋਇਆ ਜਾਂਦਾ? ਹਾਂਜੀ, ਹੁਣ 8000 ਰੁਪਇਆ ਮੈਂ ਬੈਂਕ ਦੀ ਕਿਸ਼ਤ ਭਰਦਾ ਜੀ, ਤੇ ਉਹ ਕੋਈ ਪਤਾ ਨਹੀਂ ਕਦੋਂ ਖੁੱਲ੍ਹ ਜੂ। ਇਹ ਉਹ ਪਲੇਅਰ ਆ ਜਿਹੜਾ ਵੱਡਿਆਂ ਨੂੰ ਚਿੱਤ ਕਰਕੇ ਆਹ ਮੈਡਲ ਜਿੱਤ ਕੇ ਲਿਆਇਆ, ਪਰ ਅੱਜ ਹਾਲਾਤਾਂ ਅੱਗੇ ਰੋ ਰਿਹਾ, ਹਾਲਾਤਾਂ ਅੱਗੇ ਹਾਰ ਗਿਆ ਬਾਈ। 9 ਸਾਲ ਹੋ ਗਏ ਜਦੋਂ ਬਾਈ ਨਾਲ ਗੱਲਬਾਤ ਸ਼ੁਰੂ ਕੀਤੀ। ਮੈਨੂੰ ਲੱਗਦਾ ਇਹ ਮੇਰੀ ਜ਼ਿੰਦਗੀ ਦੀ ਤਾਂ ਪਹਿਲੀ ਮੁਲਾਕਾਤ ਹੋਊਗੀ ਕਿ ਬਾਈ ਸ਼ੁਰੂ ਕਰਨ ਸਾਰੀ ਬਾਈ ਨੇ ਜਿਹੜੇ ਆਪਣੇ ਅਥਰੂ ਵਹਾਉਣੇ ਉਹ ਸ਼ੁਰੂ ਕਰ ਦਿੱਤੇ। ਬਾਈ ਇੱਕ ਗੱਲ ਹੋਰ ਦੱਸਿਓ, ਫਿਰ ਤੁਹਾਨੂੰ ਨਹੀਂ ਆਪ ਨੂੰ ਨਹੀਂ ਕਦੇ ਇਦਾਂ ਦਾ ਲੱਗਦਾ ਕਿ ਯਾਰ ਇੰਦਰਜੀਤ ਸਿੰਘ ਹੁਣ ਤੱਕ ਯਾਰ ਇਸ ਨੇ ਆਪਾਂ ਨੂੰ ਗੇਮ ਨੇ ਕੁਝ ਨਹੀਂ ਦਿੱਤਾ, ਚੱਲ ਕੋਈ ਗੱਲ ਨਹੀਂ ਯਾਰ, ਛੋਟੀ ਮੋਟੀ ਟ੍ਰੇਨਿੰਗ ਦੇ ਕੇ ਡੰਗ ਸਾਰ ਲਾਂਗੇ, ਛੱਡ ਪਰੇ ਯਾਰ, ਜਾਂ ਫਿਰ ਨਸ਼ਾ ਇੰਨਾ ਗਾ, ਜਨੂਨ ਇੰਨਾ ਕਿ ਯਾਰ ਨਹੀਂ ਹੋਰ ਵੀ ਅੱਗੇ ਕੁਝ ਕਰਨਾ? ਨਸ਼ਾ ਤਾਂ ਬਾਈ ਕਰਨਾ ਹੀ ਨਹੀਂ, ਬਸ ਮਿੱਤਿਆ ਹੀ ਹੈ। ਨਹੀਂ ਮਤਲਬ ਇਸ ਚੀਜ਼ ਦਾ ਨਸ਼ਾ ਇੰਨਾ, ਖੇਡ ਦਾ ਨਸ਼ੇ ਦੀ ਗੱਲ ਕਰਦਾ ਮੈਂ, ਵੀ ਖੇਡ ਦਾ ਨਸ਼ਾ ਹੀ ਇੰਨਾ। ਹਾਂਜੀ, ਖੇਡ ਤਾਂ ਜਾਰੀ ਰੱਖਾਂਗੇ ਬਾਈ, ਚਾਹੇ ਨੌਕਰੀ ਸਰਕਾਰ ਕਦੇ ਤਾਂ ਸੁਣੂਗੀ ਜੀ, ਕਹਿੰਦੇ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣ ਲੈਂਦੀ ਹੈ, ਕਦੇ ਤਾਂ ਸਾਡੀ ਵੀ ਸੁਣੂਗੀ। ਅੱਛਾ, ਹੋਰ ਮੈਡਲਾਂ ਦੇ ਵਿੱਚ ਜੇਕਰ ਮੈਂ ਗੱਲਾਂ ਤੁਹਾਡੀ ਖੇਡ ਦੇ ਪੱਖੋਂ, ਹੋਰ ਕੀ ਸੁਪਨਾ, ਕਿੱਥੇ ਅੱਗੇ ਜਾਣਾ, ਕਿੱਥੇ ਤੱਕ? ਅੱਗੇ ਸੁਪਨਾ ਜੀ ਵਰਲਡ 'ਚੋਂ ਗੋਲਡ ਮੈਡਲ ਜਿੱਤਣ ਤੱਕ, ਜਿਹੜਾ ਅਧੂਰਾ ਰਹਿ ਗਿਆ ਜੀ ਹਜੇ, ਜਿਹੜਾ ਪਾਰਟੀਸਪੇਸ਼ਨ ਨਹੀਂ ਹੋਈ ਹੈ ਨਾ ਇਕੱਲੀ, ਇਹਨੂੰ ਗੋਲਡ 'ਚ ਬਦਲਣਾ ਜੀ।
ਪਰ ਫਿਰ ਇਹਦੇ ਲਈ ਤਾਂ ਉਹੀ ਗੱਲ ਲੱਗੀ ਬਈ, ਇਹਦੇ ਲਈ ਤਾਂ ਖਰਚਾ ਵੀ ਬੜਾ ਚਾਹੀਦਾ ਆ। ਫਿਰ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਹੁਣ ਤਾਂ ਘਰ ਦੀ ਰਜਿਸਟਰੀ ਵੀ ਗਹਿਣੇ ਆ, ਫਿਰ ਜੇਕਰ ਕਿਉਂਕਿ ਸਾਨੂੰ ਪਤਾ ਕਿ ਸਾਡੇ ਹਾਲਾਤ ਖਿਡਾਰੀਆਂ ਦੇ ਕੀ ਨੇ, ਸਾਡੇ ਖਿਡਾਰੀ ਝੋਨਾ ਲਾ ਰਹੇ ਆ, ਸਾਡੇ ਖਿਡਾਰੀ ਜਿਹੜੇ ਚਾਹਾਂ ਬਣਾ ਰਹੇ ਆ, ਤਾਂ ਫਿਰ ਵਰਲਡ ਤੱਕ ਕਿਵੇਂ ਪਹੁੰਚੋਗੇ? ਸਰਕਾਰ ਅੱਗੇ ਦੁਆ ਕਰਦੇ ਜੀ ਵੀ ਸਾਡੀ ਮਦਦ ਕਰੋ, ਬਸ ਉਹਨਾਂ ਮੂਹਰੇ ਹੱਥ ਜੋੜ ਕੇ ਬੇਨਤੀ ਹੈ ਜੀ, ਬਸ ਵੀ ਸਾਡਾ ਬਣਦਾ ਹੱਕ ਦਿੱਤਾ ਜਾਵੇ ਸਾਨੂੰ ਜੀ, ਹੋਰ ਕੁਝ ਨਹੀਂ ਮੰਗਦੇ ਜੀ ਉਹਨਾਂ ਤੋਂ। ਅੱਛਾ, ਇੱਕ ਮਹੀਨੇ ਦਾ ਬਈ ਜੇ ਮੈਂ ਖਰਚੇ ਦੀ ਗੱਲ ਕਰਾਂ ਤੁਹਾਡਾ, ਚਾਹੇ ਆਉਣ ਜਾਣ ਦਾ ਹੋਵੇ, ਚਾਹੇ ਖਾਣ ਪੀਣ ਦਾ ਹੋਵੇ, ਡਾਈਟ ਦਾ ਹੋਵੇ, ਕਿਉਂਕਿ ਜਦੋਂ ਖਿਡਾਰੀ ਖੇਡਦਾ ਆ ਤਾਂ ਉਦੋਂ ਡਾਈਟ ਤਾਂ ਲੱਗਦੀ ਆ ਸੁਭਾਵਿਕ ਤੌਰ ਤੇ ਖਰਚਾ ਇੱਕ ਮਹੀਨੇ ਦਾ ਕਿੰਨਾ ਆ? ਖਰਚਾ ਬਾਈ ਜੀ ਲਗਭਗ ਮੈਨੂੰ 2-3 NRI ਹੈ ਜਿਹੜੇ ਮੈਨੂੰ ਭੇਜ ਦਿੰਦੇ ਆ ਖਰਚਾ ਜੀ। ਤੇ ਕੁਛ ਪਿੰਡ ਦੇ ਸਾਡੇ 2 ਕਲੱਬ ਬਣੇ ਹੋਏ ਜੀ, ਉਹਨਾਂ ਨੇ ਵੀ ਮੈਨੂੰ ਖਰਚਾ ਦਿੱਤਾ। ਹੋਰ ਪਿੰਡ ਦੀਆਂ ਸ਼ਖਸੀਅਤਾਂ ਜਿਹੜੀਆਂ ਵੱਡੀਆਂ ਜੀ, ਉਹ ਵੀ ਮੈਨੂੰ ਦੇਈ ਜਾਂਦੇ ਨੇ ਜੀ ਖਰਚਾ, ਬਸ ਉਹੀ ਦਿੰਦੇ ਨੇ। ਅੱਛਾ, ਮੈਂ ਪੁੱਛ ਰਿਹਾ ਮਤਲਬ ਇੱਕ ਮਹੀਨੇ ਦਾ ਕਿੰਨਾ ਕੁ ਖਰਚ ਹੋ ਜਾਂਦਾ ਆਪਣੇ ਆਪ ਤੇ, ਆਪਣੀ ਖੇਡ ਨੂੰ ਹੋਰ ਤਰਾਂਸ਼ਣ ਦੇ ਲਈ, ਆਪਣੇ ਆਪ ਨੂੰ ਹੋਰ ਤਰਾਂਸ਼ਣ ਦੇ ਲਈ ਕਿੰਨਾ ਖਰਚ ਹੋ ਜਾਂਦਾ? ਸਰ ਡਾਈਟ ਤਾਂ ਮੈਂ ਕਦੇ ਲੈਤੀ ਨਹੀਂ ਜੀ, ਮੈਨੂੰ ਸਾਰੇ ਉਹੀ ਦੇ ਦਿੰਦੇ ਆ ਡਾਈਟ। ਅੱਛਾ, ਉਹੀ ਦੇ ਦਿੰਦੇ? ਹਾਂਜੀ, ਖਰਚਾ ਜੀ ਕਿਰਾਇਆ ਹੁੰਦਾ ਸਾਡਾ, ਜਿਹੜਾ ਕਈ ਵਾਰ ਨਾਲ ਦੇ ਮੁੰਡੇ ਲਾ ਦਿੰਦੇ ਆ ਜੀ, ਤੇ ਕਈ ਵਾਰ ਜਿੰਨਾ ਕੁ ਹੁੰਦਾ ਆਪ ਕਰ ਲਈਦਾ ਜੀ। ਬਾਈ ਜਿਵੇਂ ਹੁਣ ਜਦੋਂ ਤੁਸੀਂ ਦੇਖਦੇ ਹੋ ਤਰਸ ਦੇ ਆਧਾਰ ਤੇ ਨੌਕਰੀਆਂ ਮਿਲਦੀਆਂ ਗਰੀਬ MLA ਦੇ ਜਵਾਕਾਂ ਨੂੰ, ਤਾਂ ਉਦੋਂ ਨਹੀਂ ਆਉਂਦਾ ਕਿ ਯਾਰ ਸਾਡੇ ਵਾਰੀ ਤਰਸ ਇਹਨਾਂ ਲੀਡਰਾਂ ਦਾ ਕਿੱਥੇ ਵਗ ਜਾਂਦਾ? ਤਰਸ ਉਹਨਾਂ ਨੂੰ ਹੀ ਕਿਉਂ ਆਉਂਦਾ ਜਿਨ੍ਹਾਂ ਦੀਆਂ 12-12 ਕਰੋੜ ਦੀਆਂ, 3-3 ਕਰੋੜ ਦੀਆਂ, 4-4 ਕਰੋੜ ਦੀਆਂ ਪ੍ਰਾਪਰਟੀਆਂ ਨੇ? ਕੀਤੀ ਸੀ ਜੀ ਕਾਂਗੜ ਸਾਹਿਬ ਨਾਲ ਗੱਲ, ਮੈਂ ਕਿਹਾ ਕਾਂਗੜ ਸਾਹਿਬ ਪੀਣ ਹੀ ਲਾ ਦਿਓ ਜੀ ਹੁਣ ਤਾਂ। ਕਹਿੰਦੇ ਫਿਰ ਵੀ ਸਪੋਰਟਸ ਮਿਨਿਸਟਰ ਨਾਲ ਗੱਲ ਕਰਾਂਗੇ ਪੀਣ ਲਾਉਣ ਦੀ ਖਾਤਰ ਵੀ ਜੀ। ਯਾਰ ਕੀ ਕਹੋਗੇ, ਇੱਕ ਨਾਇਬ ਤਹਿਸੀਲਦਾਰ ਲੱਗ ਸਕਦਾ ਆ, ਸਿਫਾਰਿਸ਼ ਤੇ ਲੱਗ ਸਕਦਾ ਆ, ਤਰਸ ਦੇ ਆਧਾਰ ਤੇ ਲੱਗ ਸਕਦਾ ਆ। ਇਹ ਨੌਜਵਾਨ ਏਸ਼ੀਆ ਦਾ 골ਡ ਮੈਡਲਿਸਟ ਆ, ਇੱਕ ਪੀਣ ਦੀ ਨੌਕਰੀ ਮੰਗਣ ਗਿਆ ਤਾਂ ਕਹਿੰਦੇ ਜੀ ਜੇ ਪੀਣ ਦੀ ਨੌਕਰੀ ਲੈਣੀ ਆ ਨਾ ਤਾਂ ਉਹਦੇ ਲਈ ਵੀ ਸਪੋਰਟਸ ਮਿਨਿਸਟਰ ਦੇ ਨਾਲ ਗੱਲਬਾਤ ਕਰਨੀ ਪਊਗੀ। ਯਾਰ ਕਮਾਲ ਆ, ਇਹ ਮੇਰਾ ਸੋਹਣਾ ਪੰਜਾਬ ਆ, ਇਹ ਮੇਰਾ ਰੰਗਲਾ ਪੰਜਾਬ ਆ, ਜਿੱਥੇ ਖਿਡਾਰੀਆਂ ਦਾ ਮੁੱਲ ਇੰਨਾ ਕੁ ਪੈਂਦਾ। ਫਿਰ ਅਸੀਂ ਆਸ ਕਰਦੇ ਹਾਂ ਕਿ ਯਾਰ ਹਰਿਆਣਾ ਖੇਡਾਂ ਦੇ ਵਿੱਚ ਬੜਾ ਗਿਆ, ਸਾਡਾ ਪੰਜਾਬ ਖੇਡਾਂ ਦੇ ਵਿੱਚ ਅੱਗੇ ਕਿਉਂ ਨਹੀਂ? ਜਿੰਨਾ ਚਿਰ ਅਸੀਂ ਇਹਨਾਂ ਖਿਡਾਰੀਆਂ ਤੋਂ ਚਾਹ ਦੇ ਕੱਪ ਛੜਾ ਕੇ ਗਰਾਊਂਡਾਂ 'ਚ ਇਹਨਾਂ ਦਾ ਪੂਰਾ ਦਿਨ ਨਹੀਂ ਲਵਾਵਾਂਗੇ, ਉਹਨਾਂ ਦਿਨ ਟਾਈਮ ਸਾਡਾ ਪੰਜਾਬ ਪਿੱਛੇ ਹੀ ਰਹੂਗਾ। ਫਿਰ ਵੀ ਦਾਦ ਦਿੰਦੇ ਆ ਇੱਦਾਂ ਦੇ ਖਿਡਾਰੀਆਂ ਨੂੰ ਜਿਹੜੇ ਆਪਦਾ ਇੱਦਾਂ ਦਾ ਕੁਝ ਕਰਦੇ ਹੋਏ ਵੀ 골ਡ ਮੈਡਲ ਲੈ ਆਉਂਦੇ ਆ, ਵਰਲਡ ਦੇ ਵਿੱਚ ਪਾਰਟਿਸਿਪੇਟ ਕਰ ਜਾਂਦੇ ਆ, ਪਰ ਉਸ ਤੋਂ ਬਾਅਦ ਜਦੋਂ ਆ ਕੇ ਮੰਗਦੇ ਆ, ਗੁਹਾਰ ਲਗਾਉਂਦੇ ਆ, ਮੈਂ ਇਹ ਕਹੂੰਗਾ ਆਪਦੀ ਝੋਲੀ ਅੜਦੇ ਆ, ਤਾਂ ਉਦੋਂ ਸਿਰਫ ਲਾਰੇ ਮਿਲਦੇ ਆ। ਅੱਛਾ ਬਈ, ਤੁਸੀਂ ਕੀ ਚਾਹੁੰਦੇ ਹੋ ਕਿੱਦਾਂ ਦੀ ਨੌਕਰੀ ਮਿਲ ਜੇ? ਤੁਸੀਂ ਕਾਂਗੜ ਸਾਹਿਬ ਨੂੰ ਤਾਂ ਕਹਿਦਾ ਕਿ ਮੈਨੂੰ ਪੀਣ ਦੀ ਨੌਕਰੀ ਮਿਲ ਜੇ, ਪਰ ਤੁਹਾਡੀ ਕਾਬਲੀਅਤ ਦੇ ਹਿਸਾਬ ਨਾਲ ਤੁਹਾਨੂੰ ਪੀਣ ਦੀ ਨੌਕਰੀ ਸੂਟ ਕਰਦੀ ਆ? ਬਸ ਜੋ ਵੀ ਦੇ ਦੇਣ, ਬਣਦਾ ਰੁਜ਼ਗਾਰ ਦੇ ਦੇਣ ਜੀ ਮੈਨੂੰ, ਜੋ ਮੇਰੀ ਯੋਗਤਾ ਦੇ ਹਿਸਾਬ ਨਾਲ ਬਣਦਾ ਜੀ ਮੈਨੂੰ ਉਹ ਦੇ ਦੇਣ। ਮੈਂ ਕੋਈ ਉਹਨਾਂ ਦੇ ਮੂਹਰੇ ਮੰਗ ਨਹੀਂ ਰੱਖਦਾ ਕਿਸੇ ਚੀਜ਼ ਦੀ ਵੀ ਜੀ, ਵੀ ਮੈਨੂੰ ਆਹ ਦਿਓ ਜਾਂ ਮੈਨੂੰ ਆਹ ਦਿਓ। ਜੋ ਵੀ ਉਹਨਾਂ ਨੇ ਮੇਰਾ ਬਣਦਾ ਅਧਿਕਾਰ ਹੈ ਮੇਰੀ ਯੋਗਤਾ ਨੂੰ ਦੇਖ ਕੇ, ਬਸ ਉਹ ਦੇ ਦੇਣ ਮੈਨੂੰ ਜੀ। ਮਾਲੀ ਮਦਦ ਦੀ ਹਾਲੇ ਤੱਕ ਸਰਕਾਰ ਵੱਲੋਂ, ਕਿਸੇ ਵੀ ਸਰਕਾਰੀ ਬੰਦੇ ਵੱਲੋਂ NRI ਭਰਾਵਾਂ ਨੂੰ ਛੱਡ ਕੇ, ਤੁਹਾਡੇ ਪਿੰਡ ਦੇ ਕਲੱਬ ਵਾਲਿਆਂ ਨੂੰ ਛੱਡ ਕੇ, ਕਿਸੇ ਨੇ ਹਾਲੇ ਤੱਕ ਮਾਲੀ ਮਦਦ ਕੀਤੀ ਹੈ, ਚਾਹੇ 5 ਰੁਪਏ ਦੀ ਕੀਤੀ ਹੋਵੇ? ਨਹੀਂ ਸਰ, ਕਿਸੇ ਨੇ ਨਹੀਂ ਕੀਤੀ ਜੀ। ਜਦੋਂ ਤੁਸੀਂ ਮਿਨਿਸਟਰਾਂ ਕੋਲੇ ਜਾਂਦੇ ਹੋ ਬਾਈ, ਤੁਸੀਂ ਤਾਂ ਆਖਿਆ CM ਹਾਊਸ ਤੱਕ ਪਹੁੰਚ ਕਰੇ ਤਾਂ ਉਹਨਾਂ ਨੇ ਚਲੋ ਨੌਕਰੀ ਤਾਂ ਪਾਸੇ ਰਹਿ ਗਈ, ਬੰਦਾ ਜੇਬ ਚੋਂ ਕੱਢ ਕੇ 500 ਹੀ ਦੇ ਦਿੰਦਾ ਕਿ ਭਾਈ ਸਾਡੇ ਇਲਾਕੇ ਦਾ ਨਾਂ ਰੋਸ਼ਨ ਕੀਤਾ, ਇਦਾਂ ਦਾ ਕੁਝ? ਨਹੀਂ ਸਰ, ਪੱਲੋਂ ਹੀ ਗਿਆ ਜੀ ਖਰਚ ਕਰਕੇ। ਜਿਹੜੇ ਬੰਦੇ ਨੂੰ ਨਾਲ ਲੈ ਕੇ ਗਿਆ ਉਹਦਾ ਵੀ ਨਾਲ ਕਿਰਾਇਆ ਲਾ ਕੇ ਗਿਆ ਜੀ। ਤੇ ਬਾਕੀ ਮੈਂ ਕੈਪਟਨ ਸਾਹਿਬ ਨੂੰ ਵੀ ਦੱਸਦਾ ਵੀ ਮੈਂ ਪੂਲ ਮਹਾਰਾਜ ਦਾ ਜੀ, ਵੀ ਉਹਨਾਂ ਦੇ ਪੁਰਖਿਆਂ ਦੇ ਪਿੰਡ ਦਾ ਤਾਂ ਵੀ ਧੱਕੇ ਖਾ ਰਿਹਾ। ਲਓ ਜੀ, ਕੈਪਟਨ ਸਾਹਿਬ ਤੁਹਾਡੇ ਪਿੰਡ ਦਾ ਨੌਜਵਾਨ ਆ, ਮਹਿਰਾਜ ਪਿੰਡ ਦਾ ਨੌਜਵਾਨ ਆ, ਤੇ ਤਾਂ ਵੀ ਤੁਹਾਡੇ ਪਿੰਡ ਦਾ ਨੌਜਵਾਨ ਹੋਣ ਦੇ ਬਾਵਜੂਦ ਵੀ ਇੱਕ ਤਾਂ ਤੁਹਾਨੂੰ ਤਾਂ ਕਿਤੇ ਨਾ ਕਿਤੇ ਫਖਰ ਹੋਣਾ ਚਾਹੀਦਾ ਕਿ ਮੇਰੇ ਪਿੰਡ ਦੇ ਨੌਜਵਾਨ ਨੇ ਇੰਨੀ ਤਰੱਕੀ ਕੀਤੀ ਹੈ, ਮੇਰੇ ਪਿੰਡ ਦੇ ਨੌਜਵਾਨ ਨੇ 골ਡ ਮੈਡਲ ਲਿਆ, ਮੇਰੇ ਪਿੰਡ ਦੇ ਨੌਜਵਾਨ ਨੇ ਵਰਲਡ ਦੇ ਵਿੱਚ ਪਾਰਟਿਸਿਪੇਟ ਕੀਤਾ। ਨੌਜਵਾਨ ਦੇ ਹੌਸਲੇ ਹੱਲੇ ਵੀ ਬੁਲੰਦ ਆ, ਕਹਿੰਦਾ ਮੈਂ ਇਹ ਜਿਹੜਾ ਪਾਰਟਿਸਿਪੇਸ਼ਨ ਵਾਲਾ 2018 ਦਾ ਜਿਹੜਾ ਮੈਡਲ ਹੈ ਇਹਨੂੰ 골ਡ ਦੇ ਵਿੱਚ ਤਬਦੀਲ ਕਰਨਾ ਹੈ। ਪਰ ਇਕੱਲੇ ਹੌਸਲਿਆਂ ਦੇ ਨਾਲ ਕੈਪਟਨ ਸਾਹਿਬ ਜਿਹੜਾ ਆ ਇਹ ਨੌਜਵਾਨ ਨਹੀਂ ਪਹੁੰਚ ਪਾਊਗਾ। ਇਹਨੂੰ ਮਾਲੀ ਮਦਦ ਚਾਹੀਦੀ ਆ, ਇਹਨੂੰ ਨੌਕਰੀ ਚਾਹੀਦੀ ਆ, ਤੇ ਇਹਨੂੰ ਨੌਕਰੀ ਤਰਸ ਦੇ ਆਧਾਰ 'ਤੇ ਨਹੀਂ ਚਾਹੀਦੀ, ਇਹਨੂੰ ਨੌਕਰੀ ਇਹਦੀ ਕਾਬਲੀਅਤ ਦੇ ਆਧਾਰ 'ਤੇ ਚਾਹੀਦੀ ਆ। ਤੇ ਬਾਈ ਤੁਸੀਂ ਮਹਾਰਾਜ ਦਿਓ, ਫਿਰ ਵੀ ਹਾਲੇ ਤੱਕ ਤੁਹਾਡੀ ਨਹੀਂ ਸੁਣੀਗੀ, ਕਿਉਂਕਿ ਕਈ ਵਾਰ ਇਹ ਕਿਹਾ ਜਾਂਦਾ ਨਾ ਕਿ ਜੇ ਹੁਣ ਆਪਣੇ ਪਿੰਡ ਦਾ ਬੰਦਾ ਆਉਂਦਾ ਤਾਂ ਆਪਾਂ ਯਾਰ ਹੁੱਬ ਕੇ ਮਿਲਦੇ ਹਾਂ, ਭੱਜ ਕੇ ਮਿਲਦੇ ਹਾਂ ਕਿ ਯਾਰ ਮੇਰੇ ਪਿੰਡ ਦਾ। ਦੂਜੀ ਗੱਲ, ਤੁਹਾਡੇ ਕੋਲ ਤਾਂ ਕਾਬਲੀਅਤ ਵੀ ਆ।
ਇਹ ਦੋ ਪਿੰਡ ਹੈ ਜੀ, ਫੂਲ ਤੇ ਮਹਾਰਾਜ। ਮੈਂ ਫੂਲ ਦਾ ਜੀ, ਦੋ ਅੱਛਾ, ਫੂਲ ਤੁਸੀਂ ਤੇ ਫੂਲ ਦੇ। ਮਹਾਰਾਜ ਦੋਨੇ ਇਕੱਠੇ ਵੱਜਦੇ ਆ। ਜਦੋਂ ਕੈਪਟਨ ਸਾਹਿਬ ਆਉਂਦੇ ਆ ਉਹ ਕਹਿੰਦੇ ਆ ਫੂਲ ਤੇ ਮਹਾਰਾਜ। ਮੇਨ ਕਿਲਾ ਤਾਂ ਸਾਡੇ ਪਿੰਡ 'ਚ ਹੀ ਹੈ ਫੂਲ 'ਚ, ਬਿਲਕੁਲ ਬਿਲਕੁਲ। ਤੇ ਵੱਜਦੇ ਮਹਾਰਾਜ ਦੇ ਨੇ ਉਹ। ਤੇ ਫੂਲ ਮਹਾਰਾਜ ਤਾਂ ਹੀ ਉਹ ਇਕੱਠਾ ਜੁੜਦਾ ਜੀ। ਮੈਂ ਤਾਂ ਹੀ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਫੂਲ ਤੇ ਮਹਾਰਾਜ ਦਾ ਮੈਂ ਦੋਨਾਂ ਦਾ ਹੀ ਹਾਂ ਜੀ। ਤੇ ਵੀ ਤੁਸੀਂ ਸੁਣੋ ਮੇਰੀ। ਫੂਲ ਮਹਾਰਾਜ ਦਾ ਪੁੱਤ ਅੱਜ ਫਿਰ ਵੀ ਗੁਹਾਰ ਲਗਾ ਰਿਹਾ। ਹਾਂਜੀ, ਹਰੇਕ ਲੀਡਰ ਕੋਲੇ ਜਾਇਆ ਜੀ ਮੈਂ, ਪਿੰਡ ਦੇ ਕੋਲੇ, ਮਹਾਰਾਜ ਦੇ ਕੋਲੇ, ਫੂਲ ਦੇ ਕੋਲੇ, ਰਾਮਪੁਰੇ ਦੇ ਕੋਲੇ, ਕਿਸੇ ਨੇ ਕੋਈ ਪੁਕਾਰ ਨਹੀਂ ਸੁਣੀ। ਪਰ ਆਸ ਹੈਗੀ ਆ ਬਾਈ, ਕੋਈ ਆਸ ਲੱਗਦੀ ਆ, ਕੋਈ ਨਾ ਕੋਈ ਆਸ ਕਿ ਯਾਰ ਸ਼ਾਇਦ ਮੇਰੀ ਸੁਣ ਲਈ ਜਾਵੇ, ਮੇਰੀ ਮੰਨ ਲਈ, ਕੋਈ ਆਸ ਹੈਗੀ ਆ ਮਨ ਦੇ ਵਿੱਚ, ਕੋਈ ਆਸ ਜਾਗਦੀ ਆ? ਆਸ ਤਾਂ ਹੈਗੀ ਹੈ, ਸਰਕਾਰ ਤਾਂ ਸੁਣ ਗਈ ਜੀ। ਫੇਰ ਹੀ ਫਿਰਦੇ ਜੀ, ਫੇਰ ਹੀ ਉਹਨੂੰ ਗੋਲਡ 'ਚ ਤਬਦੀਲ ਕਰਨਾ ਜੇ ਆਸ ਹੈ। ਆਪਦੇ ਵੀ ਅੰਦਰ ਇੰਨਾ ਕੁ ਜਜ਼ਬਾ ਹੈਗਾ ਕਿ ਯਾਰ ਗੋਲਡ ਦੇ ਵਿੱਚ ਤਾਂ ਤਬਦੀਲ ਕਰਕੇ ਹਟੂ, ਚਾਹੇ ਜੋ ਮਰਜ਼ੀ ਹੋ ਜੇ। ਹਾਂ ਜੀ, ਮਰਦੇ ਮਰ ਜਾਣੇ, ਪਰ ਉਹਨੂੰ ਗੋਲਡ ਜ਼ਰੂਰ ਲੈਣਾ ਇੱਕ ਵਾਰੀ। ਇੱਕ ਵਾਰੀ ਤਾਂ ਪੰਜਾਬ ਗੌਰਮੈਂਟ ਨੂੰ ਦੇ ਦਾਂਗੇ ਜੀ ਗੋਲਡ ਵਰਲਡ 'ਚੋਂ। ਉਹਨਾਂ ਨੂੰ ਤਾਂ ਕਦੇ ਗਿਲਾ ਸਿਕਮਾ ਨਹੀਂ ਰਹਿਣਾ ਵੀ ਅਸੀਂ ਤਾਂ ਦਿੱਤਾ ਨਹੀਂ ਪਲੇਅਰ ਨੂੰ ਕੁਛ, ਉਹਨੇ ਸਾਨੂੰ ਦੁਬਾਰੇ ਵੀ ਗੋਲਡ ਦਿੱਤਾ ਜੀ। ਪੰਜਾਬ ਗੌਰਮੈਂਟ ਨੂੰ ਮੁੰਡੇ ਨੇ ਏਸ਼ੀਆ ਦੇ ਮੈਡਲ ਲਿਆ ਦੇਤੇ। ਪੰਜਾਬ ਗੌਰਮੈਂਟ ਨੂੰ ਮੁੰਡੇ ਨੇ ਜਿਹੜਾ ਆ ਵਰਲਡ ਦਾ ਮੈਡਲ ਲਿਆ ਕੇ ਦਿੱਤਾ ਕਿ ਵਰਲਡ ਦੇ ਵਿੱਚ ਪਾਰਟਿਸਿਪੇਸ਼ਨ ਦਾ ਹਾਲੇ ਵੀ ਜਜ਼ਬਾ ਹੈ ਕਿ ਮੈਂ ਪੰਜਾਬ ਗੌਰਮੈਂਟ ਨੂੰ ਗੋਲਡ ਮੈਡਲ ਵਰਲਡ ਦਾ ਲਿਆ ਕੇ ਦੇਵਾਂਗਾ। ਕਿ ਮੇਰੀ ਏਸ਼ੀਆ ਕਰਕੇ ਤਾਂ ਚਲੋ ਨਹੀਂ ਸੁਣੀ ਗਈ, ਕੀ ਪਤਾ ਸ਼ਾਇਦ ਬਾਈ ਸੋਚਦਾ ਹੋਊਗਾ ਮੇਰੇ 'ਚ ਘਾਟ ਹੋਊਗੀ, ਮੈਂ ਵਰਲਡ ਦਾ ਮੈਡਲ ਲਿਆ ਕੇ ਦੇ ਦੂੰਗਾ। ਬਾਈ ਫਿਰ ਗੌਰਮੈਂਟ ਨੂੰ ਤਾਂ ਤੁਸੀਂ ਸੋਚੀ ਬੈਠੇ ਹੋ ਕਿ ਇੰਨਾ ਕੁਝ ਦੇ ਦਾਂਗੇ, ਪਰ ਫਿਰ ਗੌਰਮੈਂਟ ਤਾਂ ਯਾਰ ਕੁਝ ਸੋਚ ਹੀ ਨਹੀਂ ਰਹੀ। ਕਦੇ ਤਾਂ ਸੋਚੂਗੀ ਬਾਈ ਜੀ, ਕਦੇ ਵੀ ਨਹੀਂ ਸੋਚੂ। ਹੁਣ ਗੌਰਮੈਂਟ ਕਹਿੰਦੀ ਹੈ ਤੰਦਰੁਸਤ ਪੰਜਾਬ, ਤੰਦਰੁਸਤ ਪੰਜਾਬ। ਅਸੀਂ ਤਾਂ ਤੰਦਰੁਸਤ ਹੈਗੇ ਆ, ਤੰਦਰੁਸਤ ਪਲੇਅਰ ਵੀ ਖੜੇ ਕਰਤੇ ਆ, ਪਰ ਉਹਨਾਂ ਨੂੰ ਤੰਦਰੁਸਤ ਪਲੇਅਰਾਂ ਵੱਲ ਨਹੀਂ ਝਾਕਣਾ ਵੀ ਚਾਹੀਦਾ ਨਾ। ਇਕੱਲੇ ਤੰਦਰੁਸਤ ਨੂੰ ਕੀ ਕਰਨਗੇ ਬਾਈ ਜੀ, ਅਸੀਂ ਤੰਦਰੁਸਤ ਨੂੰ ਕੀ ਕਰਾਂਗੇ? ਤੰਦਰੁਸਤ ਨੂੰ ਸਾਡੇ ਕਿਹੜਾ ਘਰੇ ਆ ਕੇ ਕੁਝ ਖਵਾ ਕੇ ਗਏ ਆ ਉਹ? ਤੰਦਰੁਸਤ ਤਾਂ ਖੁਦ ਹੀ ਬਣੇ ਆ। ਤੰਦਰੁਸਤ ਜੇ ਸੀਗੇ ਫੇਰ ਹੀ ਮੈਡਲ ਦਿੱਤੇ। ਇਕੱਲੇ ਤੰਦਰੁਸਤ ਹੁਣ ਕਿਤੇ ਤੰਦਰੁਸਤ ਪੰਜਾਬ ਦੇ ਆਗਾਜ਼ ਕਰਦੇ ਆ, ਜਿੱਥੇ ਸਾਨੂੰ ਐਡੀਆਂ ਐਡੀਆਂ ਕਿ ਸੀਲਡਾਂ ਦੇ ਕੇ ਤੋਰਿਆ ਜਾਂਦਾ ਜੀ। ਐਸਐਸਪੀ ਸਾਹਿਬ ਮਿਲੇ, ਡੀਸੀ ਸਾਹਿਬ ਮਿਲੇ, ਉਹਨਾਂ ਨੇ ਤੰਦਰੁਸਤ ਪੰਜਾਬ ਦਾ ਆਗਾਜ਼ ਕੀਤਾ। ਮਨਪ੍ਰੀਤ ਜੀ ਨੇ ਸਟੇਡੀਅਮ ਦੇ ਵਿੱਚ ਬਠਿੰਡੇ ਮੈਨੂੰ ਇੱਕ ਸਿਰਫ ਟਰਾਫੀ ਦੇ ਕੇ ਮੋੜਤਾ। ਉੱਥੇ ਮੈਂ ਇੱਕ ਐਪਲੀਕੇਸ਼ਨ ਲੈ ਕੇ ਗਿਆ ਜੀ ਨੌਕਰੀ ਦੀ ਖਾਤਰ, ਉਹ ਮੈਂ ਵਾਪਸ ਉਵੇਂ ਹੀ ਲਿਆ ਆ। ਡੀਸੀ ਸਾਹਿਬ ਨੂੰ ਕਿਹਾ ਜੀ ਮੈਂ ਮੇਰੀ ਐਪਲੀਕੇਸ਼ਨ ਲਓ, ਤੁਸੀਂ ਦੇ ਦਿਓ ਮੈਨੂੰ, ਮੇਰੇ ਤਰਸ ਦੇ ਆਧਾਰ 'ਤੇ ਨੌਕਰੀ ਦੇ ਦਿਓ ਜੀ, ਇੱਕ ਪਲੇਅਰ ਹੈ ਮੈਂ। ਪਰ ਉਹ ਕਹਿੰਦੇ ਅਸੀਂ ਨਹੀਂ ਕਰ ਸਕਦੇ, ਜੇ ਕੁਛ ਜੋ ਕੁਛ ਕਰ ਸਕਦੇ ਆ ਮੰਤਰੀ ਹੀ ਕਰ ਸਕਦਾ। ਡੀਸੀ ਸਾਹਿਬ ਨੇ ਵੀ ਮੈਨੂੰ ਇਹ ਕਹਿ ਕੇ, ਉਦੋਂ ਮੌਜੂਦਾ ਡੀਸੀ ਸਾਹਿਬ ਸਾਕਸ਼ੀ ਸਿਨਹਾ ਸੀ ਜੀ, ਲੇਡੀਜ਼ ਏਡੀਸੀ ਜੀ, ਉਹਨਾਂ ਨੂੰ ਮੈਂ ਮਿਲਿਆ ਸੀ। ਉਹਨਾਂ ਨੇ ਬਕਾਇਦਾ ਜਦੋਂ ਮੈਂ ਜਿੱਤ ਕੇ ਆਇਆ ਮੈਨੂੰ ਲੈ ਕੇ ਵੀ ਆਏ ਸਟੇਸ਼ਨ ਤੋਂ ਜੀ। ਉਹਨਾਂ ਨੇ ਮੈਨੂੰ ਇਹ ਕਹਿ ਕੇ ਮੋੜਤਾ ਤੋਂ। ਚਲੋ ਮੈਂ ਜੋ ਵੀ ਸੀ ਮੇਰੀ ਐਪਲੀਕੇਸ਼ਨ ਮੈਂ ਫਿਰ ਦੁਬਾਰੇ ਨਾਲ ਹੀ ਲਿਆਇਆ ਜੀ। ਲਗਭਗ ਮੇਰੇ ਕੋਲ 20 ਐਪਲੀਕੇਸ਼ਨਾਂ ਹਜੇ ਵੀ ਘਰੇ ਸਪਾਈਆਂ ਪਈਆਂ ਜੀ, ਜਿਹੜੀਆਂ ਮੈਂ ਸਾਰੇ ਮੰਤਰੀਆਂ ਨੂੰ ਦਿੱਤੀਆਂ। ਸਪਾਸ ਕਿਤੇ ਉੱਥੇ ਜਾਣਾ, ਕਿਤੇ ਉੱਥੇ ਜਾਣਾ, ਕਿਤੇ ਉੱਥੇ ਜਾਣਾ, ਪਰ ਸੁਣੀ ਕੋਈ ਨਹੀਂ ਗਈ। 20 ਐਪਲੀਕੇਸ਼ਨਾਂ ਦੇ ਦਿੱਤੀਆਂ ਨਾ ਤਿੰਨਾਂ ਚਾਰਾਂ ਸਾਲਾਂ ਦੇ ਵਿੱਚ? ਹਾਂਜੀ, ਲਗਭਗ ਮੇਰੇ ਕੋਲ 20 ਹੋਰ ਵੀ ਪਈਆਂ ਹੋਣਗੀਆਂ ਘਰੇ ਜੀ, ਛਪਾਈਆਂ ਪਈਆਂ। ਹਾਂਜੀ, ਤੇ ਖੌਰੇ ਕੋਈ ਸੁਣ ਲੇ, ਖੌਰੇ ਕੋਈ ਸੁਣ ਲੇ ਜੀ। ਹੁਣ ਹੈਗੀ ਆਸ ਵੀ ਯਾਰ ਕੀ ਪਤਾ ਜਾਂਦੀ ਸਰਕਾਰ ਕਈ ਵਾਰੀ ਆਖਦੇ ਹੁੰਦੇ ਆ, ਕਿਉਂਕਿ ਕਹਿੰਦੇ ਜਾਂਦੀ ਸਰਕਾਰ ਯਾਰ ਕੁਝ ਨਾ ਕੁਝ ਕਰ ਜਾਂਦੀ ਆ। ਦੇਖੋ ਜੀ, ਇੱਕ ਵਾਰੀ ਫੇਰ ਜਾ ਆਵਾਂਗੇ ਸੀਓਮਾਲ 'ਚ, ਜਿੱਥੇ ਇੰਨੇ ਵਾਰੀ ਜਾਏ। ਹਾਂਜੀ, ਕਾਂਗੜ ਸਾਹਿਬ ਨੂੰ ਤਾਂ ਮੈਂ ਮਿਲਦੇ ਰਹਿੰਦਾ, ਮੇਰੇ ਹਲਕੇ ਦੇ ਮੰਤਰੀ ਹੈ ਜੀ। ਲਗਭਗ ਇੱਥੇ ਮੰਡੀ 'ਚ ਆਉਂਦੇ ਰਹਿੰਦੇ ਆ, ਫੋਨ ਵੀ ਕਰਦਾ ਰਹਿੰਦਾ ਉਹਨਾਂ ਨੂੰ ਬਸ। ਤੇ ਮਨਪ੍ਰੀਤ ਸਾਹਿਬ ਨੂੰ ਵੀ 3-4 ਵਾਰੀ ਮਿਲ ਲਿਆ ਜੀ ਮੈਂ, ਪਰ ਮਿਲਿਆ ਕੁਛ ਨਹੀਂ ਹਜੇ ਤੱਕ। ਅੱਛਾ, ਸਪੋਰਟਸ ਮਿਨਿਸਟਰ ਨੂੰ ਜਿਵੇਂ ਕਾਂਗੜ ਸਾਹਿਬ ਕਹਿੰਦੇ ਆ ਸਪੋਰਟਸ ਮਿਨਿਸਟਰ ਤੱਕ ਪਹੁੰਚ ਕੀਤੀ ਹੈ? ਗਏ ਹੋ ਸਪੋਰਟਸ ਮਿਨਿਸਟਰ ਤੱਕ? ਸਪੋਰਟਸ ਮਿਨਿਸਟਰ ਨੂੰ ਮਿਲਣ ਦੀ ਕੋਸ਼ਿਸ਼ ਤਾਂ ਕਈ ਵਾਰ ਕੀਤੀ ਹੈ। ਜਦੋਂ ਉਹਨਾਂ ਦਾ ਪੀਏ ਦਾ ਨੰਬਰ ਮਿਲਿਆ ਸੀ ਮੈਨੂੰ, ਜਦੋਂ ਮੈਂ ਉਹਨਾਂ ਨੂੰ ਫੋਨ ਕਰਦਾ ਸੀ, ਕਿਤੇ ਤਾਂ ਕਹਿੰਦੇ ਸਪੋਰਟਸ ਮਿਨਿਸਟਰ IPL ਦੇਖਣ ਗਏ ਵੇ ਜੀ, ਕਿਤੇ ਕਹਿੰਦੇ ਦੁਬਈ 'ਚ ਹੈ, ਕਿਤੇ ਬੰਬੇ ਹੈ, ਪਰ ਸਪੋਰਟਸ ਮਿਨਿਸਟਰ ਸਾਹਿਬ ਕਦੇ ਚੰਡੀਗੜ੍ਹ ਬੈਠੇ ਨਹੀਂ ਮੈਨੂੰ ਲੱਗਦਾ। ਤੇ ਉਹਨਾਂ ਦੇ ਪੀਏ ਨੂੰ ਫਿਰ ਐਪਲੀਕੇਸ਼ਨ ਤਾਂ ਦੇ ਆਉਂਦੇ ਕਿ ਦਿੱਤੀ ਨਹੀਂ ਹਲੇ? ਮੈਂ ਮਿਨਿਸਟਰ ਸਾਹਿਬ ਨੂੰ ਹੀ ਮਿਲਣਾ ਚਾਹੁੰਦਾ ਸੀ। ਪੀਏ ਸਾਹਿਬ ਕਹਿੰਦੇ ਸਾਨੂੰ ਮਿਲ ਕੇ ਹੀ ਕਰੋਗੇ ਜੀ, ਜਦੋਂ ਮਿਨਿਸਟਰ ਨੇ ਇੰਨਾ ਕੁਛ ਕੀਤਾ ਪੀਏ ਕੀ ਕਰ ਦੂਗਾ ਜੀ? ਪਹਿਲਾਂ 4 ਮੰਤਰੀਆਂ ਨੂੰ ਮਿਲੇ, ਉਹਨਾਂ ਨੇ ਕੀ ਕਰਤਾ, ਫਿਰ ਪੀਏ ਦੇ ਕੀ ਹੱਥ 'ਚ ਹੈ ਜੀ? ਸਪੋਰਟਸ ਮਿਨਿਸਟਰ ਯਾਰ IPL ਦੇਖਦੇ ਫਿਰਦੇ ਆ ਤੇ ਆਪਦੇ ਜਿਹੜੇ ਉਹਨਾਂ ਦੇ ਨੌਜਵਾਨ ਆ ਜਿਹੜੇ ਮੈਡਲ ਲਿਆ ਦੇਈ ਜਾਂਦੇ ਉਹਨਾਂ ਨੂੰ ਦੇਖਦੇ ਨੇ। ਆਈ ਹੈ ਜੀ, ਉਹ ਮੈਨੂੰ ਵਧਾਈ ਤਾਂ ਜ਼ਰੂਰ ਦੇ ਦਿੱਤੀ ਸਪੋਰਟਸ ਮਿਨਿਸਟਰ ਸਾਹਿਬ ਨੇ ਜਦੋਂ ਜਿੱਤ ਕੇ ਆਇਆ। ਨਿਊਜ਼ ਪੇਪਰ 'ਚ ਤੇ ਡਾਇਰੈਕਟਰ ਸਪੋਰਟਸ ਮੈਡਮ ਗਿੱਲ ਸੀ ਉਦੋਂ, ਉਹਨਾਂ ਨੇ ਵਧਾਈ ਜ਼ਰੂਰ ਦੇ ਦਿੱਤੀ ਅਜੀਤ ਨਿਊਜ਼ ਪੰਜਾਬ ਵਾਲੇ ਪੰਨੇ 'ਚ ਲਾ ਕੇ। ਪਰ ਉਹਨਾਂ ਨੂੰ ਮੈਨੂੰ ਲੱਗਦਾ ਲਗਭਗ ਐਂ ਪਤਾ ਨਹੀਂ ਹੋਣਾ ਵੀ ਕੋਈ ਉਹ ਪਲੇਅਰ ਹੈ ਕੌਣ ਹੈ ਜਿਹੜਾ ਜਿੱਤ ਕੇ ਆਇਆ। ਹਾਂ, ਜਾਂ ਜਿੱਤ ਕੇ ਆਇਆ ਕਿੱਥੋਂ ਦਾ, ਜਾਂ ਉਹਦੀ ਸ਼ਕਲ ਵੀ ਕਦੇ ਦੇਖੀ ਹੋਣੀ ਉਹਨਾਂ ਨੇ, ਕਦੇ ਵੀ ਨਹੀਂ ਦੇਖੀ। ਇੱਕ ਮੈਨੂੰ ਵਧਾਈ ਜ਼ਰੂਰ ਮਿਲ ਗਈ ਵੀ ਹਾਂ ਜੀ ਮਿਨਿਸਟਰ ਸਾਹਿਬ ਨੇ ਸਪੋਰਟਸ, ਰਾਣਾ ਸੋਢੀ ਜੀ ਨੇ ਸਾਡੇ ਮੰਤਰੀ ਹੈ ਜੋ ਸਪੋਰਟਸ ਦੇ ਖੇਡ ਮੰਤਰੀ, ਉਹਨਾਂ ਨੇ ਵਧਾਈ ਜ਼ਰੂਰ ਦਿੱਤੀ। ਪਰ ਮੈਨੂੰ ਐਂ ਨਹੀਂ ਪਤਾ ਉਹਨਾਂ ਨੂੰ ਵੀ ਕਦੇ ਸ਼ਕਲ ਵੀ ਦੇਖੀ ਹੈ ਉਹ ਪਲੇਅਰ ਦੀ, ਕਦੇ ਨਹੀਂ ਦੇਖੀ ਜੀ। ਜਦੋਂ ਵਧਾਈ ਦਿੱਤੀ ਸੀ ਉਹ ਤਾਂ ਐਂ ਲੱਗਿਆ ਹੋਣਾ ਸ਼ਾਇਦ 2-4 ਦਿਨਾਂ ਦੇ ਵਿੱਚ ਆਫਰ ਲੈਟਰ ਮਿਲ ਜੂ।
ਉਹ ਤਾਂ ਕਾਂਗੜ ਸਾਹਿਬ ਨੇ ਵੀ ਐਂ ਕਿਹਾ ਸੀ ਜੀ ਵੀ ਡੀਐਸਪੀ ਲਾ ਕੇ ਭੇਜ ਦਾਂਗੇ, ਲੱਗਦਾ ਤਾਂ ਸੀਗਾ ਵੀ 5-4 ਦਿਨਾਂ 'ਚ ਹੀ ਲੱਗ ਜਾਾਂਗੇ। ਹੁਣ ਕਹਿੰਦੇ ਯਾਰ ਸਪਾਈ ਸਪੂਈ ਤਾਂ ਲਾ ਦਿਓ, ਫਿਰ ਡੀਐਸਪੀ ਨਹੀਂ ਲਾਉਣਾ ਵਾ। ਹੁਣ ਤਾਂ ਮੈਂ ਪੀਐਨ ਹੀ ਮੰਗ ਲਿਆ ਜੀ, ਸਿਪਾਹੀ ਤੋਂ ਵੀ ਥੱਲੇ ਮੰਗ ਲਈ, ਉਹ ਵੀ ਨਹੀਂ ਲਾ ਰਹੇ। ਇਦੋਂ ਥੱਲੇ ਤਾਂ ਕੋਈ ਨੌਕਰੀ ਨਹੀਂ ਹੈਗੀ। ਇਦੋਂ ਥੱਲੇ ਤਾਂ ਬਸ ਜੀ ਫਿਰ ਰੱਬ ਦਾ ਨਾਂ ਹੀ ਹੈ। ਹਾਂ, ਉਹ ਵੀ ਨਹੀਂ ਦੇ ਰਹੇ। ਉਹ ਵੀ ਨਹੀਂ ਦੇ ਰਹੇ। ਬਸ ਹੁਣ ਮਿਹਨਤ ਹੈ ਜੀ ਮੇਰੀ ਕਾਂਗੜ ਸਾਹਿਬ ਮੂਰੇ ਵੀ, ਸਾਡੇ ਹਲਕੇ ਦੇ ਮੰਤਰੀ ਹੈ, ਉਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰੀ ਸੁਣੋ। ਸਪੋਰਟਸ ਮੰਤਰੀ ਨੂੰ ਕਹੋ ਜਾਏ ਤੁਸੀਂ ਕਰੋ, ਤੁਹਾਡੇ ਵੀ ਕੋਲ ਵੀ ਤਰਸ ਦਾ ਆਧਾਰ ਤਾਂ ਹੈਗਾ ਹੀ ਹੈ ਜੀ, ਤੁਸੀਂ ਕਰ ਲਓ ਜੋ ਕਰਦੇ ਹੋ ਵੀ, ਪਰ ਮੈਨੂੰ ਛੋਟੀ ਮੋਟੀ ਨੌਕਰੀ ਜੋ ਵੀ ਮੇਰੇ ਬਣਦਾ ਅਧਿਕਾਰ ਹੈ ਮੈਨੂੰ ਦਿੱਤਾ ਜਾਵੇ ਜੀ ਬਸ। ਉਹਨਾਂ ਖਿਡਾਰੀਆਂ ਨੂੰ ਕੀ ਅਪੀਲ ਹੋਊਗੀ ਜਿਹੜੇ ਬਾਈ ਹੁਣ ਜਿਵੇਂ ਤੁਸੀਂ ਅੱਜ ਆਪਣੇ ਅਥਰੂ ਵਹਾਏ ਆ ਹਨਾ ਆਪਣੀ, ਕਿਉਂਕਿ ਤੁਹਾਡੀ ਮਿਹਨਤ ਬੋਲਦੀ ਆ ਯਾਰ, ਮੈਡਲ ਬੋਲਦੇ ਆ ਯਾਰ, ਇੱਥੇ ਮੈਡਲ ਆਪਾਂ ਦੇਖੇ ਬਾਈ ਦੇ। ਦੇਖੋ ਅਸੀਂ ਜਿਵੇਂ ਬਾਈ ਨਹੀਂ ਦੱਸਦਾ ਹੁੰਦਾ ਕਿ ਯਾਰ ਮੈਡਲਾਂ ਨੂੰ ਅਸੀਂ ਸਾਂਭ ਰੱਖਦੇ ਆ, ਆਹ ਮੈਡਲ ਦੀ ਨਾ ਦੇਖੋ ਇਹ ਟੁੱਟ ਚੁੱਕਿਆ ਮੈਡਲ, ਕਿਉਂਕਿ ਬਾਈ ਕੋਲੇ ਸਾਂਭਣ ਨੂੰ ਡਰਾਇੰਗ ਰੂਮ ਤੱਕ ਨਹੀਂ ਹੈਗਾ, ਬਾਈ ਕੋਲੇ ਸ਼ਾਇਦ ਟੰਗਣ ਦੇ ਲਈ ਉਹ ਕਿੱਲੀ ਤੱਕ ਹੈ ਨਹੀਂ, ਉਹ ਅਲਮਾਰੀ ਤੱਕ ਹੈ ਨਹੀਂ ਜਿੱਥੇ ਬਾਈ ਇਹਨਾਂ ਚੀਜ਼ਾਂ ਨੂੰ ਸਾਂਭ ਸਕੇ। ਬਾਈ ਫਿਰ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਯਾਰ ਖੇਡਾਂ ਦੇ ਵਿੱਚ ਗੇਮਾਂ ਦੇ ਵਿੱਚ ਆ ਰਹੇ ਆ? ਜ਼ਰੂਰੀ ਤਾਂ ਨਹੀਂ ਜੀ ਸਾਰਿਆਂ ਦੀ ਕਿਸਮਤ ਮੇਰੇ ਵਰਗੀ ਹੋਊ, ਉਹਨਾਂ ਨੂੰ ਚਲੋ ਤਕੜੇ ਰਹੋ। ਮੈਂ ਤਾਂ ਕਹਿੰਦਾ ਕਿਸੇ ਕਦੇ ਤਾਂ ਪਰਮਾਤਮਾ ਮਿਹਰ ਕਰੂਗਾ ਜੀ। ਸਾਰੇ ਪਲੇਅਰਾਂ ਨੂੰ ਮੇਰੀ ਤਾਂ ਇੱਕੋ ਹੀ ਬੇਨਤੀ ਹੈ, ਵਧੀਆ ਕਰੋ, ਆਪਦੀ ਗੇਮ ਜਾਰੀ ਰੱਖੋ। ਕਦੇ ਤਾਂ ਸਰਕਾਰ ਸੁਣੂਗੀ, ਤੁਹਾਡੀ ਵੀ ਸੁਣੂ, ਮੇਰੀ ਵੀ ਸੁਣੂ। ਆਖਰੀ ਅਪੀਲ ਕੀ ਰਹੂਗੀ ਬਾਈ ਸੀਐਮ ਸਾਹਿਬ ਤੱਕ ਜੇਕਰ ਅਪੀਲ ਪਹੁੰਚਣੀ ਹੋਵੇ ਤਾਂ ਕੀ ਅਪੀਲ ਕਰੋਗੇ? ਬਸ ਸੀਐਮ ਸਾਹਿਬ ਨੂੰ ਵੀ ਮੇਰੀ ਤਾਂ ਇਹੀ ਬੇਨਤੀ ਹੈ ਵੀ ਮੇਰਾ ਬਣਦਾ ਅਧਿਕਾਰ ਮੈਨੂੰ ਦਿੱਤਾ ਜਾਵੇ, ਮੈਨੂੰ ਰੁਜ਼ਗਾਰ ਦਿੱਤਾ ਜਾਵੇ। ਬਹੁਤ ਬਹੁਤ ਧੰਨਵਾਦ ਬਾਈ। ਸੋ ਮੈਂ ਖੁਦ ਯਾਰ ਇਹ ਮੁਲਾਕਾਤ ਬਾਈ ਦੀ ਕਰਕੇ ਭਾਵੁਕ ਹੋ ਗਿਆ। ਜਦੋਂ ਬਾਈ ਨੇ ਮੁਲਾਕਾਤ ਸ਼ੁਰੂਆਤ ਕੀਤੀ, ਬਾਈ ਸ਼ੁਰੂਆਤ ਵਿੱਚ ਰੋਣ ਲੱਗ ਗਿਆ ਤੇ ਅਖੀਰ ਤੱਕ ਬਾਈ ਜਿਹੜਾ ਆ ਉਹ ਰੋਂਦਾ ਰਿਹਾ ਆ। ਅਸੀਂ ਬਾਈ ਨੂੰ ਸਲਾਮ ਵੀ ਕਰਦੇ ਹਾਂ, ਸਲੂਟ ਕਰਦੇ ਹਾਂ, ਕਿਉਂਕਿ ਯਾਰ ਸਾਡੇ ਇਲਾਕੇ ਦਾ ਮੁੰਡਾ ਆ ਤੇ ਸਾਡੇ ਦੇਸ਼ ਦੀ ਝੋਲੀ ਦੇ ਵਿੱਚ 골ਡ ਮੈਡਲ ਪਾਇਆ, ਏਸ਼ੀਆ ਦੇ ਵਰਲਡ ਦੀ ਪਾਰਟਿਸਪੇਸ਼ਨ ਦਾ ਮੈਡਲ ਸਾਡੀ ਝੋਲੀ ਦੇ ਵਿੱਚ ਪਾਇਆ ਆ। ਚਾਹੇ ਰੋ ਰਿਹਾ ਆ ਪਰ ਜਜ਼ਬਾ ਹਜੇ ਵੀ ਜਿਉਂਦਾ ਤਿਉਂ ਆ। ਕਹਿੰਦਾ ਜਿਹੜਾ ਵਰਲਡ ਪਾਰਟਿਸਪੇਸ਼ਨ ਦਾ ਮੈਡਲ ਹੈ ਨਾ, ਇਹਨੂੰ ਮੈਂ 골ਡ ਦੇ ਵਿੱਚ ਤਬਦੀਲ ਕਰਨਾ, ਤੇ ਇਸ ਨੌਜਵਾਨ ਦਾ ਜਜ਼ਬਾ ਦੇਖ ਕੇ ਲੱਗਦਾ ਕਿ ਯਾਰ ਤਬਦੀਲ ਜ਼ਰੂਰ ਕਰੂਗਾ। ਪਰ ਸਾਨੂੰ ਬਾਂਹ ਜ਼ਰੂਰ ਫੜਨੀ ਚਾਹੀਦੀ ਹੈ ਇੱਦਾਂ ਦੇ ਨੌਜਵਾਨਾਂ ਦੀ। ਇੱਦਾਂ ਦੀਆਂ ਸਾਡੇ ਪੰਜਾਬ ਦੀਆਂ ਬੜੀਆਂ ਕੁੜੀਆਂ ਨੇ। ਜੇਕਰ ਸਾਡੇ ਪੰਜਾਬ ਦੀ ਜਿਹੜੇ ਖੇਡ ਆ ਨਾ, ਸਾਡੇ ਪੰਜਾਬ ਦੇ ਖਿਡਾਰੀ ਆ ਨਾ, ਉਹ ਜਿੰਨਾ ਚਿਰ ਤੁਹਾਨੂੰ ਝੋਨਾ ਲਾਉਂਦੇ ਮਿਲਣਗੇ, ਜਿੰਨਾ ਚਿਰ ਤੁਹਾਨੂੰ ਉਹ ਚਾਹ ਦੀਆਂ ਸਟਾਲਾਂ 'ਤੇ ਚਾਹ ਬਣਾਉਂਦੇ ਮਿਲਣਗੇ, ਉਨਾ ਚਿਰ ਤੁਸੀਂ ਇਹ ਨਹੀਂ ਕਦੇ ਐਕਸਪੈਕਟ ਕਰ ਸਕਦੇ ਕਿ ਯਾਰ 골ਡ ਮੈਡਲ ਸਾਡੀ ਝੋਲੀ ਦੇ ਵਿੱਚ ਸਿਰਫ 골ਡ ਮੈਡਲ ਹੀ ਹੋਵੇ। ਕਿਹੜੇ ਸਮੇਂ ਤਾਂ ਇਹ ਚਾਹ ਬਣਾਉਣ, ਆਪਣਾ ਰੁਜ਼ਗਾਰ ਕਰਨ, ਤੇ ਕਿਹੜੇ ਸਮੇਂ ਦੇ ਵਿੱਚ ਜਾ ਕੇ ਇਹ ਖੇਡ ਨੂੰ ਸਮਾਂ ਦੇਣ। ਕਿਉਂਕਿ ਜਦੋਂ ਖੇਡਣਾ ਹੁੰਦਾ, ਆਖਦੇ ਆ ਕਿ ਜਦੋਂ ਖੇਡਣਾ ਹੁੰਦਾ ਤਾਂ ਖੇਡ ਦੇ ਲਈ ਤੁਹਾਨੂੰ ਪੂਰਾ ਦਿਨ ਦੇਣਾ ਪੈਂਦਾ ਆ। ਉਸ ਤੋਂ ਬਾਅਦ ਡਾਈਟ ਲੈਣੀ ਪੈਂਦੀ ਆ, ਉਸ ਤੋਂ ਬਾਅਦ ਤੁਹਾਨੂੰ ਨੀਂਦ ਪੂਰੀ ਕਰਨੀ ਪੈਂਦੀ। ਤੁਹਾਨੂੰ ਇੱਕ ਦਿਨ ਦੇ ਵਿੱਚ ਇਹ ਡਿਵਾਈਡ ਕਿਵੇਂ ਕਰਨਾ? ਤਰਸ ਦੇ ਆਧਾਰ 'ਤੇ ਨੌਕਰੀਆਂ ਐਮਐਲਏ ਦੇ ਮੁੰਡਿਆਂ ਨੂੰ ਦੇਣੀਆਂ ਨੇ, ਦਿਓ। ਉਸ ਤੱਕ ਕੋਈ ਮਤਲਬ ਨਹੀਂ ਨਾ, ਨੌਜਵਾਨਾਂ ਨੂੰ ਮਤਲਬ ਨਹੀਂ, ਸਾਨੂੰ ਮਤਲਬ ਨਹੀਂ, ਪੰਜਾਬ ਦੇ ਨਾਗਰਿਕਾਂ ਨੂੰ ਮਤਲਬ ਨਹੀਂ। ਪਰ ਕਾਬਲੀਅਤ ਦੇ ਆਧਾਰ 'ਤੇ ਨੌਕਰੀਆਂ ਕਿਉਂ ਨਹੀਂ ਮਿਲ ਰਹੀਆਂ? ਕਾਬਲੀਅਤ ਦੇ ਆਧਾਰ 'ਤੇ ਨੌਕਰੀਆਂ ਕਦੋਂ ਮਿਲਣਗੀਆਂ? 2018 ਦੇ ਵਿੱਚ ਬਾਈ ਨੇ ਜਿਹੜਾ ਏਸ਼ੀਆ ਦੇ ਵਿੱਚ 골ਡ ਮੈਡਲ ਲਿਆਂਦਾ, 2018 ਤੋਂ ਬਾਈ ਪਹੁੰਚ ਕਰ ਰਿਹਾ, ਪਰ 2018 ਤੋਂ ਜਿਹੜਾ ਆ ਬਾਈ ਨੂੰ ਸਿਰਫ ਲਾਰੇ ਮਿਲ ਰਹੇ ਆ। ਬੜੀਆਂ ਐਪਲੀਕੇਸ਼ਨਾਂ ਨੇ, ਬਹੁਤ ਐਪਲੀਕੇਸ਼ਨਾਂ ਨੇ ਬਾਈ ਕੋਲੇ ਪਈਆਂ ਨੇ, ਬਹੁਤ ਐਪਲੀਕੇਸ਼ਨਾਂ ਸੀਐਮ ਹਾਊਸ ਤੱਕ ਵੀ ਪਹੁੰਚੀਆਂ ਨੇ, ਵੱਖ-ਵੱਖ ਲੀਡਰਾਂ ਨੂੰ ਵੀ ਦਿੱਤੀਆਂ ਨੇ, ਪਰ ਮੈਡਲ ਦੇ ਦਿੱਤੇ ਜਾਂਦੇ ਨੇ ਜਾਂ ਛੋਟੀਆਂ ਜਿਹੀਆਂ ਟਰਾਫੀਆਂ ਦੇ ਦਿੱਤੀਆਂ ਜਾਂਦੀਆਂ ਨੇ। ਮੈਡਲ ਤੇ ਟਰਾਫੀਆਂ ਜਿਹੜੀਆਂ ਹੁੰਦੀਆਂ ਨੇ ਬਾਈ, ਇਹ ਕਦੇ ਢਿੱਡ ਨਹੀਂ ਭਰਦੀਆਂ। ਹਾਂ, ਇਹ ਤੁਹਾਡਾ ਘਰ ਸਜਾ ਸਕਦੀਆਂ ਨੇ, ਤੁਹਾਡਾ ਗਲਾ ਸਜਾ ਸਕਦੀਆਂ ਨੇ, ਸੋਹਣੀਆਂ ਲੱਗ ਸਕਦੀਆਂ ਨੇ ਤੁਹਾਡੇ ਘਰ ਦੇ ਵਿੱਚ ਪਈਆਂ, ਤੁਹਾਡੀ ਸ਼ੋਭਾ ਵਧਾ ਸਕਦੀਆਂ ਨੇ, ਪਰ ਜੇਕਰ ਢਿੱਡ ਭਰਨਾ ਆ ਤਾਂ ਉਹ ਰੁਜ਼ਗਾਰ ਨਹੀਂ ਭਰਨਾ ਆ। ਅਸੀਂ ਵੀ ਸਰਕਾਰਾਂ ਤੱਕ ਅਪੀਲ ਕਰਦੇ ਹਾਂ ਕਿ ਜੇਕਰ ਅਸੀਂ ਤਰਸ ਦੇ ਆਧਾਰ 'ਤੇ ਨੌਕਰੀਆਂ ਦੇ ਸਕਦੇ ਹਾਂ ਤਾਂ ਕਾਬਲੀਅਤ ਦੇ ਆਧਾਰ 'ਤੇ ਨੌਕਰੀਆਂ ਜਿਹੜੀਆਂ ਨੇ ਉਹ ਕਿਉਂ ਨਹੀਂ ਮਿਲ ਸਕਦੀਆਂ? ਇੱਦਾਂ ਦੇ ਨੌਜਵਾਨ ਜਿਹੜੇ ਆ ਹੋਰ ਬੜੇ ਨੇ ਜਿਨ੍ਹਾਂ ਨੂੰ ਕਾਬਲੀਅਤ ਦੇ ਆਧਾਰ 'ਤੇ ਮਿਲਣੀਆਂ ਚਾਹੀਦੀਆਂ ਨੇ। ਅਸੀਂ ਆਪਣੇ ਪ੍ਰੋਗਰਾਮ ਦੇ ਜ਼ਰੀਏ ਉਹਨਾਂ ਨੌਜਵਾਨਾਂ ਨੂੰ ਲੈ ਕੇ ਆਵਾਂਗੇ ਜਿਹੜੇ ਕਾਬਲੀਅਤ ਰੱਖਦੇ ਨੇ ਨੌਕਰੀਆਂ ਦੀ, ਜਿਨ੍ਹਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀਆਂ ਦੀ ਜ਼ਰੂਰਤ ਨਹੀਂ। ਇੱਕ ਏਸ਼ੀਆ ਦਾ 골ਡ ਮੈਡਲਿਸਟ, ਸਡਨਲੀ ਹੋਰ ਇਦੋਂ ਮਾੜੀ ਗੱਲ ਕੀ ਹੋਊਗੀ ਕਿ ਇੱਕ ਏਸ਼ੀਆ ਦਾ 골ਡ ਮੈਡਲਿਸਟ ਆ, ਨੌਕਰੀ ਕਿਸ ਚੀਜ਼ ਦੀ ਮੰਗ ਰਿਹਾ? ਕਹਿੰਦਾ ਯਾਰ ਹੋਰ ਕੁਝ ਨਹੀਂ ਮਿਲਦਾ, ਡੀਐਸਪੀ ਛੱਡੋ, ਮੈਨੂੰ ਪੀਐਨ ਦੀ ਨੌਕਰੀ ਦੇ ਦਿਓ। ਸੋ ਇਸ ਤੋਂ ਥੱਲੇ ਕੀ ਹੋਊਗਾ?
ਸੋ ਇਦਾਂ ਦੀਆਂ ਮੁਲਾਕਾਤਾਂ ਲੈ ਕੇ ਅਸੀਂ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਖਾਸ ਗੱਲ ਮੈਂ ਸਰੋਤਿਆਂ ਨੂੰ ਕਹੂੰਗਾ ਕਿ ਇਹ ਜਿਹੜੀ ਵੀਡੀਓ ਹੈ ਇਹਨੂੰ ਅੱਗੇ ਤੋਂ ਅੱਗੇ ਸਾਂਝੀ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ, ਤਾਂ ਜੋ ਸਾਡੇ ਸਪੋਰਟਸ ਮਿਨਿਸਟਰ ਦੇ ਕੰਨੀ ਗੱਲ ਪੈ ਸਕੇ, ਸਾਡੇ ਕੈਪਟਨ ਸਾਹਿਬ ਦੇ ਕੰਨੀ ਗੱਲ ਪੈ ਸਕੇ ਕਿ ਸਾਡੇ ਖਿਡਾਰੀ ਕੀ ਕਰ ਰਹੇ ਨੇ। ਸਾਡੀ ਜਿਹੜੀ ਨੌਜਵਾਨੀ ਆ ਉਹ ਮੈਡਲ ਜਿੱਤ ਕੇ ਵੀ ਕਰ ਕੀ ਰਹੀ ਆ, ਉਹ ਮੈਡਲ ਜਿੱਤ ਕੇ ਵੀ ਝੋਨਾ ਲਗਾ ਰਹੀ ਆ, ਮੈਡਲ ਜਿੱਤ ਕੇ ਵੀ ਬਾਈ ਜਿਹੜਾ ਹੈ ਚਾਹ ਦੇ ਖੋਖੇ ਤੇ ਰੋਜ਼ਾਨਾ ਜਿਹੜਾ ਹੈ ਬਹਿੰਦਾ ਆ। ਸੋ ਇਦਾਂ ਦੀਆਂ ਮੁਲਾਕਾਤਾਂ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ, ਦੇਖਦੇ ਰਹੋ ਆਰਐਮਬੀ ਟੈਲੀਵਿਜ਼ਨ। ਧੰਨਵਾਦ ਜੀ।